ਅੱਜ ਮੈਂ ਤੁਹਾਨੂੰ ਸਿਲੇਬਸ ਤੋਂ ਪਹਿਲਾਂ ਜਿਹੜੀ ਜਾਣਕਾਰੀ ਹੈ, ਆਮ ਜਾਣਕਾਰੀ, ਉਹ ਤੁਹਾਡੇ ਨਾਲ ਸਾਂਝੀ ਕਰਾਂਗਾ, ਕਿਉਂਕਿ ਮੈਂ ਸਮਝਦਾ ਕਿ ਕਿਸੇ ਸਾਹਿਤ ਦਾ ਅਧਿਐਨ ਔਰ ਉਸ ਦੀਆਂ ਵੱਖ-ਵੱਖ ਵਿਧਾਵਾਂ ਦਾ ਅਧਿਐਨ ਔਰ ਉਸ ਦੇ ਵਿੱਚ ਪੇਸ਼ ਕੀਤੇ ਗਏ ਜੀਵਨ ਯਥਾਰਥ ਦਾ ਅਧਿਐਨ, ਇਹ ਸਾਰਾ ਕੁਝ ਜਿਹੜਾ ਹੈ ਉਹ ਅਸੀਂ ਬਿਨਾਂ ਭੂਮਿਕਾ ਤੋਂ ਨਹੀਂ ਸਮਝ ਸਕਦੇ, ਨਾ ਅਧਿਐਨ ਕਰ ਸਕਦੇ। ਇਸ ਕਰਕੇ ਮੈਂ ਆਪਣੀ ਜਿਹੜੀ ਵਾਰਤਾ ਹੈ ਉਸ ਦਾ ਜਿਹੜਾ ਘੇਰਾ ਹੈ ਉਹ ਪਰਿਭਾਸ਼ਿਕ ਦਾਇਰੇ ਤੱਕ ਤੁਹਾਨੂੰ ਲੈ ਕੇ ਜਾਣਾ। ਮਸਲਨ ਮੈਂ ਤੁਹਾਨੂੰ ਇਹ ਚਾਹੁੰਦਾ ਕਿ ਤੁਹਾਡੇ ਨਾਲ ਇਹ ਸਾਂਝ ਪਾਉਣਾ ਚਾਹੁੰਦਾ ਕਿ ਤੁਹਾਨੂੰ ਪਤਾ ਹੋਵੇ ਕਿ ਸਾਹਿਤ ਕੀ ਹੁੰਦਾ ਹੈ, ਭਾਸ਼ਾ ਕੀ ਹੁੰਦੀ ਹੈ, ਸ਼ਬਦ ਬ੍ਰਹਮ ਕਿਉਂ ਹੁੰਦਾ ਹੈ, ਸਭਿਅਤਾ ਕੀ ਹੁੰਦੀ ਹੈ, ਸੱਭਿਆਚਾਰ ਕੀ ਹੁੰਦਾ ਹੈ, ਔਰ ਜੀਵਨ ਯਥਾਰਥ ਕੀ ਹੁੰਦਾ, ਔਰ ਇਹਨਾਂ ਦਾ ਆਪਸ ਵਿੱਚ ਸੰਬੰਧ ਕੀ ਹੁੰਦਾ। ਔਰ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ ਕਿ ਜ਼ਿੰਦਗੀ ਦਾ ਜਿਹੜਾ ਕੋਈ ਵੀ ਵਰਤਾਰਾ ਹੈ ਉਹ ਅਲੱਗਾ ਨਹੀਂ ਹੈ, ਇੱਕ ਦੂਸਰੇ ਨਾਲ ਜੁੜੇ ਹੋਇਆ। ਇਸ ਕਰਕੇ ਜਿੰਨਾ ਚਿਰ ਸਾਨੂੰ ਇਸ ਜੁੜਾਵ ਦੀ, ਇਸ ਅੰਤਰ ਸੰਬੰਧਤਾ ਦੀ ਸੋਝੀ ਨਹੀਂ ਹੋਏਗੀ, ਉਹਨਾਂ ਚਿਰ ਅਸੀਂ ਸਾਹਿਤ ਨੂੰ ਸਮਝ ਨਹੀਂ ਸਕਦੇ। ਕਿਉਂਕਿ ਸਾਹਿਤ ਦੇ ਵਿੱਚ ਹੁਣ ਤੁਸੀਂ ਪ੍ਰਵੇਸ਼ ਕੀਤਾ, BA ਭਾਗ ਪਹਿਲਾ ਦੇ ਵਿੱਚ ਆਏ, BA ਭਾਗ ਦੂਸਰੇ ਜਾਓਗੇ, ਫਿਰ ਤੀਸਰਾ ਜਾਓਗੇ, ਫਿਰ MA ਕਰੋਗੇ, MPhil ਕਰੋਗੇ, PhD ਕਰੋਗੇ, ਸਾਰੀ ਜ਼ਿੰਦਗੀ ਤੁਹਾਡਾ। ਇਸ ਕਰਕੇ ਜਿੰਨਾ ਚਿਰ ਜੇ ਤੁਹਾਨੂੰ ਬੁਨਿਆਦੀ ਨੁਕਤਿਆਂ ਦਾ, ਤੱਥਾਂ ਦਾ ਸਮਝ ਨਹੀਂ ਹੋਵੇਗੀ, ਫਿਰ ਤੁਹਾਡਾ ਗਿਆਨ ਜਿਹੜਾ ਅਧੂਰਾ ਰਹੇਗਾ ਔਰ ਤੁਹਾਨੂੰ ਪੂਰੀ ਸਮਝ ਨਹੀਂ ਆਏਗੀ। ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ, ਬੁਨਿਆਦੀ ਚੀਜ਼ਾਂ ਨੂੰ, ਬੁਨਿਆਦੀ ਪੱਖਾਂ ਨੂੰ, ਪਹਿਲੂਆਂ ਨੂੰ, ਤੱਤਾਂ ਨੂੰ ਜਾਣ ਜਾਵੋਗੇ, ਫਿਰ ਤੁਹਾਨੂੰ ਜਿਵੇਂ ਇੱਕ ਤਰ੍ਹਾਂ ਦੇ ਚਾਬੀ ਹੋਵੇ ਤਾਂ ਤਾਲਾ ਛੇਤੀ ਖੁੱਲ੍ਹ ਜਾਂਦਾ। ਇਹ ਜਿਹੜੇ ਸਾਰੇ ਤੱਤ ਜਿਹੜੇ ਨੇ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾਵਾਂਗਾ, ਇਹ ਜਦੋਂ ਤੁਸੀਂ ਸਮਝ ਜਾਵੋਗੇ ਤੁਹਾਨੂੰ ਪੂਰੀ ਜ਼ਿੰਦਗੀ ਦੀ ਸਮਝ ਆ ਜਾਏਗੀ, ਸਾਹਿਤ ਦੀ ਸਮਝ ਆ ਜਾਏਗੀ, ਸ਼ਬਦ ਦੀਆਂ ਸ਼ਕਤੀਆਂ ਦੀ ਸਮਝ ਆ ਜਾਏਗੀ। ਹੁਣ ਇਹ ਜਿਹੜਾ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਸ਼ਬਦ ਦੀਆਂ ਸ਼ਕਤੀਆਂ ਦੀ ਸਮਝ ਆ ਜਾਏਗੀ ਤੁਹਾਨੂੰ, ਇਹ ਤੁਸੀਂ ਪਹਿਲੀ ਵਾਰੀ ਸੁਣਿਆ ਹੋਵੇਗਾ। ਤੁਸੀਂ ਸ਼ਬਦ ਤਾਂ ਸੁਣਿਆ ਹੋਵੇਗਾ, ਸ਼ਬਦ ਤੁਸੀਂ ਬੋਲਦੇ ਹੋ, ਉਚਾਰਦੇ ਹੋ, ਆਪਾਂ ਲਿਖਦੇ ਹਾਂ, ਲੇਕਿਨ ਜਦੋਂ ਆਪਾਂ ਇਸ ਦੀਆਂ ਸ਼ਕਤੀਆਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਆ ਕੇ ਸਾਹਿਤ ਦੇ ਵਿੱਚ ਸ਼ਬਦ ਦੀਆਂ ਸ਼ਕਤੀਆਂ ਕਿਸ ਅਸਰ ਦੇ ਵਿੱਚ, ਕਿਸ ਰੂਪ ਦੇ ਵਿੱਚ ਅਸਰ ਅੰਦਾਜ਼ ਹੁੰਦੀਆਂ ਨੇ, ਇਹ ਵੇਖਣ ਵਾਲੀ ਗੱਲ ਹੁੰਦੀ ਹੈ। ਇੱਥੇ ਆ ਕੇ ਸਾਹਿਤ ਬਣਦਾ, ਇੱਥੇ ਆ ਕੇ ਆਮ ਭਾਸ਼ਾ ਤੇ ਸਾਹਿਤ ਦੀ ਭਾਸ਼ਾ ਦਾ ਅੰਤਰ ਹੁੰਦਾ ਕਿ ਇੱਕ ਆਮ ਬੋਲਚਾਲ ਦੀ ਭਾਸ਼ਾ ਉਹ ਸਾਹਿਤ ਦੀ ਭਾਸ਼ਾ ਨਹੀਂ ਹੋ ਸਕਦੀ। ਸਾਹਿਤ ਦੀ ਭਾਸ਼ਾ ਵਿਸ਼ਿਸ਼ਟ ਹੁੰਦੀ ਹੈ, ਸਾਹਿਤ ਦੀ ਭਾਸ਼ਾ ਲੱਛਣਾਂ ਔਰ ਵਿਅੰਜਨਾ ਅਰਥਾਂ ਵਾਲੀ ਹੁੰਦੀ ਹੈ। ਇਹ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਅਤੇ ਮੇਰਾ ਜਿਹੜਾ ਇਸ ਲੈਕਚਰ ਦਾ ਜਿਹੜਾ ਸਿਰਲੇਖ ਹੈ ਉਹ ਮੈਂ ਆਪਾਂ ਰੱਖਿਆ ਹੈ ਤੁਹਾਡੇ ਲਈ, ਵਿਦਿਆਰਥੀ, ਪੰਜਾਬੀ ਭਾਸ਼ਾ ਅਤੇ ਸਾਹਿਤ। ਇਸ ਕਰਕੇ ਦੋਸਤੋ, ਇਹ ਜਿਹੜੀਆਂ ਮੈਂ ਤੁਹਾਨੂੰ ਬੇਸਿਕ ਗੱਲਾਂ ਜਿਹੜੀਆਂ ਨੇ, ਔਰ ਮੈਂ ਬੇਸਿਕ ਇਸ ਤਰ੍ਹਾਂ ਦੀਆਂ ਬੁਨਿਆਦੀ ਗੱਲਾਂ ਦੇ ਬਾਰੇ ਕੁਝ ਤੁਹਾਡੇ ਨਾਲ ਜਿਹੜੇ ਨੇ ਲੈਕਚਰ ਉਹ ਸਾਂਝੇ ਕਰਨੇ ਚਾਹਾਂਗਾ, ਔਰ ਮੈਨੂੰ ਖੁਸ਼ੀ ਹੋਏਗੀ ਔਰ ਤੁਸੀਂ ਇਸ ਨੂੰ ਪਸੰਦ ਕਰੋਗੇ। ਤੁਸੀਂ ਕਹੋਗੇ ਕਿ ਹਾਂ ਸਰ ਜੀ, ਆਹ ਜਿਹੜਾ ਸਿਲੇਬਸ ਵਾਲਾ ਕੰਮ ਹੈ ਇਹ ਫਿਰ ਸੌਖਾ ਹੋ ਜਾਏਗਾ, ਆਸਾਨ ਹੋ ਜਾਏਗਾ, ਤੁਹਾਨੂੰ ਕਹਾਣੀ ਨੂੰ ਸਮਝਣਾ, ਕਵਿਤਾ ਨੂੰ ਸਮਝਣਾ, ਤੁਹਾਨੂੰ ਗੀਤ ਨੂੰ ਸਮਝਣਾ, ਸਫ਼ਰਨਾਮੇ ਨੂੰ ਸਮਝਣਾ, ਨਾਵਲ ਨੂੰ ਸਮਝਣਾ, ਠੀਕ ਹੈ, ਫਿਰ ਇਹ ਤੁਹਾਨੂੰ ਸਮਝ ਆ ਜਾਏਗਾ। ਇਸ ਕਰਕੇ ਮੈਂ ਇਹ ਤੁਹਾਡੇ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ। ਇਹ ਭਾਸ਼ਾ ਮਨੁੱਖੀ ਸਮਾਜ ਦੀਆਂ ਵੱਡੀਆਂ ਪ੍ਰਾਪਤੀਆਂ, ਲੱਭਤਾਂ, ਖੋਜਾਂ ਅਤੇ ਜੀਵਨ ਨੂੰ ਰਚਨਾਉਣ ਵਾਲੀਆਂ ਨੇਮਤਾਂ ਵਿੱਚ ਸਰਵੋਤਮ ਦਰਜਾ ਰੱਖਦੀ ਹੈ। ਭਾਸ਼ਾ ਦੁਆਰਾ ਹੀ ਅਸੀਂ ਆਪਣੀਆਂ ਭਾਵਨਾਵਾਂ, ਖੁਸ਼ੀਆਂ, ਆਸ਼ਾਵਾਂ, ਉਮੰਗਾਂ ਅਤੇ ਪ੍ਰਾਪਤੀਆਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਦੇ ਹਾਂ। ਜੇ ਭਾਸ਼ਾ ਨਾ ਹੁੰਦੀ ਤਾਂ ਸਮਾਜ ਦੀ ਉਸਾਰੀ ਵੀ ਸੰਭਵ ਨਹੀਂ ਸੀ ਹੋਣੀ। ਭਾਸ਼ਾ ਸਮਾਜ ਨੂੰ ਜੋੜਦੀ ਹੈ, ਅੱਗੇ ਤੋਰਦੀ ਹੈ ਅਤੇ ਮਨੁੱਖੀ ਅਨੁਭਵਾਂ ਨੂੰ, ਜ਼ਿੰਦਗੀ ਦੇ ਲੱਭੇ ਨਿਯਮਾਂ ਨੂੰ ਸੰਭਾਲਦੀ ਵੀ ਹੈ। ਭਾਸ਼ਾ ਦੇ ਮਾਧਿਅਮ ਦੁਆਰਾ ਹੀ ਅਸੀਂ ਮਨੁੱਖੀ ਜੀਵਨ ਅਤੇ ਸਮਾਜ ਨੂੰ ਸੁੰਦਰ, ਜਿਉਣਯੋਗ, ਮਾਣਨਯੋਗ ਬਣਾਉਣ ਦੀਆਂ ਵਿਉਂਤਾਂ ਸਾਂਝਾ ਕਰਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭ ਕੇ ਰੱਖਦੇ ਹਾਂ।
ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਦਾ ਮਹੱਤਵ ਤ੍ਰੈ ਕਾਲਦਰਸ਼ੀ ਅਤੇ ਸਦੀਵੀ ਹੁੰਦਾ ਹੈ। ਭਾਸ਼ਾ ਸਾਡੀ ਤਰੱਕੀ ਨੂੰ ਗਤੀ ਪ੍ਰਦਾਨ ਕਰਦੀ ਹੈ, ਚਾਰ ਚੰਨ ਲਾਉਂਦੀ ਹੈ। ਧਰਤੀ ਇਸ ਸੰਸਾਰ ਦੀ ਵੱਡੀ ਸੱਚਾਈ ਹੈ ਤੇ ਭਾਸ਼ਾ ਇਸ ਸੰਸਾਰ ਦੇ ਪ੍ਰਾਣੀ ਜਗਤ ਨੂੰ ਆਪਸ ਵਿੱਚ ਜੋੜਨ ਦਾ ਮਾਧਿਅਮ ਤੇ ਆਧਾਰ ਬਣਦੀ ਹੈ। ਭਾਸ਼ਾ ਦੇ ਮਾਧਿਅਮ ਦਾ ਰਾਹੀਂ ਅਸੀਂ ਆਪਣੇ ਭਾਵਾਂ ਨੂੰ ਆਕਾਰ ਤੇ ਸੁੰਦਰ ਸਰੂਪ ਪ੍ਰਦਾਨ ਕਰਦੇ ਹਾਂ ਅਤੇ ਇਹੀ ਆਕਾਰ ਅਤੇ ਸੁੰਦਰ ਸਰੂਪ ਫਿਰ ਸੱਭਿਆਚਾਰ, ਸੱਭਿਅਤਾ ਤੇ ਸੰਸਕ੍ਰਿਤੀ ਦੀ ਉਸਾਰੀ ਕਰਦੇ ਹਨ। ਭਾਸ਼ਾ ਤੋਂ ਵੱਡੀ ਦੁਨੀਆ ਵਿੱਚ ਹੋਰ ਕੋਈ ਸਾਂਝ ਨਹੀਂ। ਇਸ ਸਾਂਝ ਦੇ ਸੂਤਰ ਨਾਲ ਹੀ ਜ਼ਿੰਦਗੀ ਦੇ ਸੁਪਨਿਆਂ ਦੀ ਖੂਬਸੂਰਤ ਫੁਲਕਾਰੀ ਦੇ ਫੁੱਲਾਂ ਦੇ ਤੋਪੇ ਭਰੇ ਜਾ ਸਕਦੇ। ਪੰਜਾਬੀ ਇਸ ਖਿੱਤੇ ਦੀ ਸਰਬ ਸਾਂਝੀ ਭਾਸ਼ਾ ਹੈ। ਇਸ ਦੀ ਉਸਾਰੀ, ਤਰੱਕੀ ਤੇ ਵਿਰਾਸਤ ਨੂੰ ਉਸਾਰਨ ਵਿੱਚ ਸਮੂਹ ਪੰਜਾਬੀਆਂ ਦਾ ਯੋਗਦਾਨ ਨਿਰਵਿਵਾਦ ਰੂਪ ਵਿੱਚ ਸਵੀਕਾਰ ਕੀਤਾ ਜਾ ਸਕਦਾ ਹੈ। ਪੰਜਾਬੀ ਦੁਨੀਆ ਦੀਆਂ ਮਿੱਠੀਆਂ ਭਾਸ਼ਾਵਾਂ ਵਿੱਚ ਸਰਵੋਤਮ ਦਰਜਾ ਸਥਾਨ ਰੱਖਦੀ ਹੈ। ਦੁਨੀਆ ਦੀ ਸਭ ਤੋਂ ਔਖੀ ਭਾਸ਼ਾ ਚੀਨੀ ਭਾਸ਼ਾ ਹੈ। ਸਾਡੀ ਭਾਸ਼ਾ ਦੀ ਲਿਪੀ ਸ਼ਬਦ ਲਿਪੀ ਹੈ। ਸਾਡੀ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ। ਚੀਨੀ ਭਾਸ਼ਾ ਦੀ ਲਿਪੀ ਚਿੱਤਰ ਲਿਪੀ ਹੈ। ਭਾਵ ਜੇ ਚੀਨੀਆਂ ਨੂੰ ਕੋਈ ਵਾਕ ਬੋਲ ਕੇ ਆਪਣੇ ਭਾਵ ਪ੍ਰਗਟਾਉਣੇ ਹੋਣ ਤਾਂ ਉਸ ਲਈ ਉਹਨਾਂ ਨੂੰ ਇੱਕ ਖਾਸ ਕਿਸਮ ਦਾ ਚਿੱਤਰ ਬਣਾਉਣਾ ਪੈਂਦਾ ਹੈ। ਹੁਣ ਤੁਸੀਂ ਕਲਪਨਾ ਕਰੋ ਜੇ ਉਹਨਾਂ ਨੂੰ ਕਿੰਨੇ ਚਿੱਤਰ ਬਣਾਉਣੇ ਪੈਂਦੇ ਹੋਣਗੇ ਜ਼ਿੰਦਗੀ 'ਚ। ਪੰਜਾਬੀ ਹੁਣ ਕੌਮਾਂਤਰੀ ਭਾਸ਼ਾ ਬਣ ਗਈ ਹੈ। ਭਾਰਤੀ ਪੰਜਾਬ, ਪਾਕਿਸਤਾਨੀ ਪੰਜਾਬ ਦੇ ਨਾਲ ਨਾਲ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਮਲੇਸ਼ੀਆ, ਸਿੰਗਾਪੁਰ ਆਦਿ ਤਕਰੀਬਨ ਸਾਰੇ ਦੇਸ਼ਾਂ ਵਿੱਚ ਹੀ ਪੰਜਾਬੀ ਬੋਲਣ ਵਾਲੇ ਲੋਕ ਪਹੁੰਚ ਗਏ ਹਨ। ਕਈ ਦੇਸ਼ਾਂ ਵਿੱਚ ਤਾਂ ਪੰਜਾਬੀ ਮਾਂ ਬੋਲੀ ਨੂੰ ਦੂਸਰੀ ਭਾਸ਼ਾ ਦਾ ਦਰਜਾ ਵੀ ਪ੍ਰਦਾਨ ਕੀਤਾ ਗਿਆ ਹੈ। ਸਾਡੀ ਮਾਂ ਬੋਲੀ ਪੰਜਾਬੀ ਹੈ। ਪੰਜਾਬੀ ਭਾਸ਼ਾ ਵਿੱਚ ਰਚਿਆ ਗਿਆ ਸਾਹਿਤ ਵੀ ਮਹਾਨ ਹੈ। ਪੰਜਾਬੀ ਸਾਹਿਤ ਦਾ ਆਰੰਭ ਤਾਂ ਬੇਸ਼ੱਕ ਇੱਥੇ ਲਿਖੇ ਗਏ ਲੋਕ ਸਾਹਿਤ ਤੋਂ ਹੋਇਆ ਮੰਨਿਆ ਜਾਂਦਾ ਹੈ, ਪਰੰਤੂ ਲਿਖਤੀ ਰੂਪ ਵਿੱਚ 7ਵੀਂ, 8ਵੀਂ ਤੇ 9ਵੀਂ ਸਦੀ ਵਿੱਚ ਨਾਥਾਂ ਜੋਗੀਆਂ ਦੁਆਰਾ ਲਿਖੇ ਗਏ ਸਾਹਿਤ ਨੂੰ ਪੰਜਾਬੀ ਸਾਹਿਤ ਦੇ ਮੁੱਢਲੇ ਸਰੂਪ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਪੰਜ ਦਰਿਆਵਾਂ ਦੀ ਧਰਤੀ ਦੀ ਜ਼ੁਬਾਨ ਪੰਜਾਬੀ ਹੈ। ਪੰਜਾਬ ਸ਼ਬਦ ਪੰਜ ਆਬ ਤੋਂ ਬਣਿਆ ਹੈ, ਭਾਵ ਪੰਜ ਦਰਿਆਵਾਂ ਦੀ ਧਰਤੀ। 1947 ਦੀ ਦੇਸ਼ ਵੰਡ ਤੋਂ ਪਹਿਲਾਂ ਪੂਰਬੀ ਤੇ ਪੱਛਮੀ ਪੰਜਾਬ ਇੱਕੋ ਸੀ, ਜਿਸ ਵਿੱਚ ਜੇਹਲਮ, ਝਨਾਰ, ਰਾਵੀ, ਬਿਆਸ ਤੇ ਸਤਲੁਜ ਦਰਿਆ ਵਹਿੰਦੇ ਸਨ। ਦੇਸ਼ ਦੀ ਵੰਡ ਪਿੱਛੋਂ ਭਾਰਤੀ ਪੰਜਾਬ ਵਿੱਚ ਕੇਵਲ ਬਿਆਸ ਤੇ ਸਤਲੁਜ, ਕੁਝ ਹਿੱਸਾ ਰਾਵੀ ਦਾ ਰਹਿ ਗਏ ਹਨ। ਮੁਲਤਾਨੀ, ਪੋਠੋਹਾਰੀ, ਕਾਂਗੜੀ, ਡੋਗਰੀ, ਮਾਝੀ, ਮਲਵਈ, ਪੁਆਧੀ, ਦੁਆਬੀ ਆਦਿ ਪੰਜਾਬੀ ਦੀਆਂ ਉਪਬੋਲੀਆਂ। ਪੁਰਾਤਨ ਸਮੇਂ ਵਿੱਚ ਪੰਜਾਬੀ ਨੂੰ ਝਟਕੀ, ਹਿੰਦਵੀ, ਹਿੰਦੀ, ਆਭੀਰੀ, ਗੁਰਜਰੀ, ਮੁਲਤਾਨੀ, ਲਹਿੰਦੀ, ਲਾਹੌਰੀ ਆਦਿ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ। ਮੌਲਵੀ ਕਮਾਲਦੀਨ ਕਮਾਲ ਨੇ 1112 ਹਿਜਰੀ ਵਿੱਚ ਇੰਤਖਾਬੁਲ ਕੁਤਬ ਵਿੱਚ ਪੰਜਾਬੀ ਸ਼ਬਦ ਦਾ ਪ੍ਰਯੋਗ ਕੀਤਾ। ਉਹ ਲਿਖਦਾ ਹੈ, ਵੇਖ ਕਿਤਾਬਾਂ ਮਸਲੇ ਜੋੜੇ ਨਾਲ ਜਵਾਨ ਪੰਜਾਬੀ, ਯਾਦ ਕਰੋ ਤੁਸੀਂ ਪੜ੍ਹੋ ਹਮੇਸ਼ਾ ਨਾਲ ਤਬੀਅਤ ਤਾਜ਼ੀ। ਭਾਸ਼ਾ ਪਹਿਲਾਂ ਜਨਮ ਲੈਂਦੀ ਹੈ, ਸਾਹਿਤ ਬਾਅਦ ਵਿੱਚ ਆਉਂਦਾ ਹੈ। ਮਨੁੱਖ ਮੁੱਢਲੇ ਸਮਿਆਂ ਵਿੱਚ ਆਦਿਮ ਸਮਾਜ ਵਿੱਚ ਮੂਕ ਭਾਸ਼ਾ ਦਾ ਸਹਾਰਾ ਲੈਂਦਾ ਰਿਹਾ ਹੈ, ਇਸ਼ਾਰਿਆਂ ਨਾਲ ਆਪਣੀ ਗੱਲ ਸਮਝਾਉਂਦਾ ਰਿਹਾ ਹੈ। ਇਸ ਤਰ੍ਹਾਂ ਸੱਭਿਅਤਾ ਚਿੱਤਰ ਲਿਪੀ ਤੋਂ ਸ਼ਬਦ ਲਿਪੀ ਤੱਕ ਦੀ ਯਾਤਰਾ ਤੈਅ ਕਰਦੀ ਹੈ। ਹੁਣ ਜਿਹੜੀ ਸੱਭਿਅਤਾ ਹੈ ਉਹ ਸੱਭਿਅਤਾ ਕੀ ਹੁੰਦੀ ਹੈ? ਸੱਭਿਅਤਾ ਹੁੰਦੀ ਹੈ ਪੁੱਤਰ ਬੱਚਿਓ ਕਿ ਜਿਹੜਾ ਸਾਡੀ ਮਟੀਰੀਅਲ ਅਚੀਵਮੈਂਟਸ ਆਫ ਮੈਨਕਾਈਂਡ, ਮਨੁੱਖ ਦੀਆਂ ਜਿੰਨੀਆਂ ਪਦਾਰਥਕ ਮਾਦੀ ਜਿਹੜੀਆਂ ਪ੍ਰਾਪਤੀਆਂ ਨੇ ਉਹ ਸੱਭਿਅਤਾ ਕਹਾਉਂਦੀ ਹੈ। ਜਿਹੜਾ ਸੱਭਿਆਚਾਰ ਹੈ ਉਹ ਸਾਡਾ ਮਨੁੱਖ ਦਾ ਜੀਵਨ ਜਿਉਣ ਚੱਜ ਹੈ। ਵੇ ਆਫ ਲਿਵਿੰਗ, ਵੇ ਆਫ ਥਿੰਕਿੰਗ, ਵੇ ਆਫ ਬਿਹੇਵੀਅਰ, ਸਾਡਾ ਵਿਵਹਾਰ ਵਿਧੀ, ਸਾਡੀ ਸੋਚ ਵਿਧੀ, ਅਸੀਂ ਕਿਵੇਂ ਰਹਿੰਦੇ ਹਾਂ, ਵਿਚਰਦੇ ਕਿਵੇਂ ਹਾਂ, ਜੀਵਨ ਬਾਰੇ ਸਾਡਾ ਦ੍ਰਿਸ਼ਟੀਕੋਣ ਕੀ ਹੈ, ਇਹ ਸੱਭਿਆਚਾਰ। ਇਹ ਆਪਾਂ ਇਸ 'ਤੇ ਕਿਸੇ ਵੇਲੇ ਫੇਰ ਆਪਾਂ ਗੱਲ ਕਰਾਂਗੇ ਇਸ ਵਿਸ਼ੇ 'ਤੇ ਕਿ ਸੱਭਿਅਤਾ ਅਤੇ ਸੱਭਿਆਚਾਰ ਕੀ ਹੁੰਦਾ ਹੈ, ਕਿਉਂਕਿ ਇਹ ਤਾਂ ਆਉਣਾ ਹੀ ਆ। ਸਾਰੀਆਂ ਬਾਵਜੂਦ ਸਾਰੀ ਜਿਹੜੀ ਸਾਹਿਤ ਹੈ ਉਹ ਸੱਭਿਆਚਾਰ ਦੀ ਉਸਾਰੀ ਕਰਦਾ, ਫਿਰ ਸੰਸਕ੍ਰਿਤੀ ਦੀ ਉਸਾਰੀ ਕਰਦਾ, ਸਾਡੇ ਚਿੰਤਨ ਨੂੰ, ਸਾਡੀਆਂ ਕੀਮਤਾਂ ਨੂੰ ਸੁਦ੍ਰਿੜ ਕਰਦਾ, ਮਾਨਵਵਾਦੀ ਕੀਮਤਾਂ ਨੂੰ। ਇਹ ਆਪਾਂ ਸਾਰੀਆਂ ਗੱਲਾਂ ਆਪਾਂ ਕਰਾਂਗੇ ਹੌਲੀ ਹੌਲੀ। ਪੰਜਾਬੀ ਭਾਸ਼ਾ ਨੇ ਵੀ ਇਹ ਯਾਤਰਾ ਤੈਅ ਕੀਤੀ। ਇਸ ਤਰ੍ਹਾਂ ਪਹਿਲਾਂ ਭਾਵ ਪੈਦਾ ਹੁੰਦੇ ਹਨ, ਫਿਰ ਭਾਵ ਵਿਚਾਰਾਂ ਦਾ ਬੱਝਵਾਂ ਰੂਪ ਅਖਤਿਆਰ ਕਰਕੇ ਆਪਣਾ ਸਾਕਾਰ, ਸੁੰਦਰ ਤੇ ਸ਼ਾਸ਼ਵਤ ਸਦੀਵੀ ਸਰੂਪ ਅਖਤਿਆਰ ਕਰਦੇ ਹਨ।
ਇਸ ਤਰ੍ਹਾਂ ਸਾਹਿਤ ਮਨੁੱਖੀ ਸੱਭਿਅਤਾ ਦੇ ਮੁੱਢਲੇ ਪੜਾਅ ਉੱਤੇ ਮੌਖਿਕ ਰੂਪ ਵਿੱਚ ਜਨਮ ਲੈਂਦਾ ਹੈ, ਜਿਵੇਂ ਲੋਕ ਗੀਤ, ਲੋਕ ਟੋਟਕੇ, ਲੋਕ ਬੁਝਾਰਤਾਂ, ਲੋਕ ਮੁਹਾਵਰੇ, ਲੋਕ ਕਥਾਵਾਂ। ਤੇ ਸ਼ੁਰੂ ਦੇ ਵਿੱਚ ਲਿਖਤੀ ਸਾਹਿਤ ਨਹੀਂ ਨਾ ਆਉਂਦਾ, ਫਿਰ ਇਸ ਤਰ੍ਹਾਂ ਦਾ ਸਾਹਿਤ ਜਿਹੜਾ ਹੈਗਾ ਜਨਮ ਲੈਂਦਾ। ਇਹ ਮੌਖਿਕ ਸਾਹਿਤ ਸੀਨਾ ਬਸੀਨਾ ਭਾਵ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚਦਾ ਰਹਿੰਦਾ ਹੈ ਅਤੇ ਅੱਗੋਂ ਪੀੜ੍ਹੀ ਦਰ ਪੀੜ੍ਹੀ ਸਾਂਭਿਆ ਜਾਂਦਾ ਰਿਹਾ ਹੈ। ਜਦੋਂ ਸੱਭਿਅਤਾ ਦੀ ਸਾਂਝ ਤੇ ਸੰਪਰਕ ਸ਼ਬਦ ਨਾਲ ਹੁੰਦੀ ਹੈ, ਭਾਵ ਮਨੁੱਖ ਅੱਖਰ ਬਾਹੁਣੇ ਸ਼ੁਰੂ ਕਰ ਦਿੰਦਾ ਹੈ, ਫਿਰ ਸੱਭਿਅਤਾ ਅਤੇ ਸਾਹਿਤ ਵਿੱਚ ਗੁਣਾਤਮਕ ਕੁਆਲੀਟੇਟਿਵ ਭਾਵ ਸਿਫਤੀ ਤਬਦੀਲੀਆਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਸ਼ਬਦ ਸੰਸਕ੍ਰਿਤੀ ਮਨੁੱਖੀ ਪ੍ਰਾਪਤੀਆਂ, ਖੋਜਾਂ, ਮਨੋਭਾਵਾਂ ਅਤੇ ਮਨੋ ਸੰਵੇਦਨਾਵਾਂ ਨੂੰ ਸਥਾਈ ਰੂਪ ਪ੍ਰਦਾਨ ਕਰਦੀ ਹੈ। ਭਾਵ ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਸੱਭਿਅਤਾ ਦੇ ਤਰੱਕੀ ਦੇ ਪੜਾਅ ਦੇ ਵਿੱਚ ਸ਼ਬਦ ਆ ਜਾਂਦਾ, ਉਸ ਦੇ ਨਾਲ ਅਸੀਂ ਆਪਣੀਆਂ ਚੀਜ਼ਾਂ ਨੂੰ ਲਿਖਤ ਦੇ ਵਿੱਚ ਲਿਆਉਣਾ ਸ਼ੁਰੂ ਕਰਤਾ ਤੇ ਅਸੀਂ ਉਹਨਾਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਬਹੁਤ ਸਾਰੀਆਂ ਤਬਦੀਲੀਆਂ ਉਸ ਤੋਂ ਬਾਅਦ ਫਿਰ ਵਾਪਰਨੀਆਂ ਸ਼ੁਰੂ ਕੀਤੀਆਂ ਹੁੰਦੀਆਂ ਨੇ ਮਨੁੱਖੀ ਜੀਵਨ ਦੇ ਵਿੱਚ, ਮਨੁੱਖੀ ਸੱਭਿਅਤਾ ਦੇ ਵਿੱਚ। ਇਸ ਕਰਕੇ ਜਿਹੜਾ ਸ਼ਬਦ ਦੀ ਸੰਸਕ੍ਰਿਤੀ ਹੈ, ਇਹਦਾ ਜਿਹੜਾ ਮਹੱਤਵ ਹੈ ਉਹ ਲਾ ਮਿਸਾਲ ਹੈ, ਬਹੁਤ ਸ਼ਬਦਾਂ ਤੋਂ ਬਿਆਨ ਤੋਂ ਪਰੇ। ਸਾਹਿਤ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸਾਹਿਤਯਮ ਦਾ ਪੰਜਾਬੀ ਰੂਪ ਹੈ। ਸਾਹਿਤ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸਾਹਿਤਯਮ ਦਾ ਪੰਜਾਬੀ ਰੂਪ ਹੈ। ਇਸ ਦੇ ਸ਼ਾਬਦਿਕ ਅਰਥ ਹਨ ਸੰਜੋਗ, ਮੇਲ ਭਾਵ ਸੁੰਦਰ ਵਿਚਾਰਾਂ ਦਾ ਬਹੁਤ ਹੀ ਭਾਵਪੂਰਨ ਤੇ ਸੁੰਦਰ ਉਲੇਖ ਪੇਸ਼ਕਾਰੀ ਸਾਹਿਤ ਅਖਵਾਉਂਦੀ ਹੈ। ਸਾਹਿਤ ਸ਼ਾਬਦਿਕ ਕਲਾ ਹੈ। ਸਾਹਿਤ ਇੱਥੇ ਸ਼ਬਦਾਂ ਦੇ ਵਿਸ਼ਿਸ਼ਟ ਦਾ ਪ੍ਰਯੋਗ ਕਰਦਾ ਹੈ। ਸਾਹਿਤ ਦੇ ਵਿੱਚ ਵਿਸ਼ਿਸ਼ਟ, ਜਿੱਦਾਂ ਮੈਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਸਾਹਿਤਕਾਰ ਜਿਹੜਾ ਵਿਸ਼ਿਸ਼ਟ ਜਿਹੜਾ ਹੈ ਉਹ ਜਿਹੜੇ ਅਜਿਹੇ ਸ਼ਬਦਾਂ ਦਾ ਪ੍ਰਯੋਗ ਕਰਦਾ ਜਿਹਦੇ ਵਿੱਚੋਂ ਵਿਸ਼ਿਸ਼ਟ ਅਰਥਾਂ ਦਾ ਪ੍ਰਸਫੁਟਿਤ ਹੁੰਦੇ ਨੇ, ਉਹਦੇ 'ਚੋਂ ਪੈਦਾ ਹੁੰਦੇ ਨੇ। ਸ਼ਬਦ ਦੀਆਂ ਸ਼ਕਤੀਆਂ ਦੇ ਪ੍ਰਯੋਗ ਦੇ ਕ੍ਰਿਸ਼ਮੇ ਨਾਲ ਸਾਹਿਤ ਆਨੰਦ ਭਾਵ ਸੁਹਜਾਤਮਕ ਆਨੰਦ ਦੀ ਸਿਰਜਣਾ ਕੀਤੀ ਜਾਂਦੀ ਹੈ। ਸ਼ਬਦ ਦੀਆਂ ਤਿੰਨ ਸ਼ਕਤੀਆਂ ਅਵਿਧਾ, ਲੱਛਣਾ ਅਤੇ ਵਿਅੰਜਨਾ ਹੁੰਦੀਆਂ ਹਨ। ਜਿਵੇਂ ਤੁਸੀਂ ਕਹੋਗੇ ਜੀ ਇਹ ਕਿਹੜਾ, ਜੇ ਹੁਣ ਮੈਂ ਤੁਹਾਡਾ ਨਾਂ ਲਹਾਂ, ਤੁਸੀਂ ਸੁੰਦਰ ਸਿੰਘ ਹੋ, ਜੇ ਮੈਂ ਕਹਾਂ ਵੀ ਸੁੰਦਰ ਸਿੰਘ ਸ਼ੇਰ ਹੈ, ਤੁਸੀਂ ਕਹੋਗੇ ਜੀ ਸੁੰਦਰ ਸਿੰਘ ਸ਼ੇਰ ਕਿਵੇਂ? ਹੁਣ ਇੱਥੇ ਜਿਹੜਾ ਸ਼ੇਰ ਕਹਿਣਾ ਹੈ, ਇਹ ਜਿਹੜਾ ਹੈਗਾ ਇੱਥੇ ਵਿਅੰਜਨਾ ਹੋਈ ਹੈ। ਇੱਥੇ ਇੱਕ ਨਵੇਂ ਅਰਥ ਦੀ ਵਿਅੰਜਨਾ ਕੀਤੀ ਹੈ ਸਾਹਿਤਕਾਰ ਨੇ ਕਿ ਉਹਦੇ ਵਿੱਚ ਸ਼ੇਰ ਵਰਗੇ ਜਿਹੜੇ ਗੁਣ ਨੇ, ਬਹਾਦਰੀ ਵਰਗੇ ਗੁਣ ਨੇ, ਤੇ ਆਪਾਂ ਉਹ ਸਥਾਪਿਤ ਕਰ ਦਿੱਤੇ ਕਿ ਸੁੰਦਰ ਸਿੰਘ ਬਹਾਦਰ ਹੈ, ਇਸ ਕਰਕੇ ਆਪਾਂ ਨੂੰ ਇਹ ਸਾਡਾ ਸ਼ੇਰ ਪੁੱਤਰ ਹੈ। ਤਾਂ ਜਦੋਂ ਸਾਹਿਤ ਦੇ ਵਿੱਚ ਆਪਾਂ ਸੁੰਦਰ ਸਿੰਘ ਨੂੰ ਸ਼ੇਰ ਕਿਹਾ ਜਾਵੇਗਾ, ਉਹ ਹੋਵੇਗਾ ਉਹਦਾ ਵਿਸ਼ਿਸ਼ਟ ਅਰਥਾਂ ਦਾ ਪ੍ਰਯੋਗ। ਤੇ ਜੇ ਉਹਨੂੰ ਕਹਾਂਗੇ ਵੀ ਹੁਣ ਸੁੰਦਰ ਸਿੰਘ ਕਲਾਸ 'ਚ ਆ ਗਿਆ, ਤਾਂ ਸੁੰਦਰ ਸਿੰਘ ਕਲਾਸ 'ਚ ਆ ਗਿਆ, ਤਾਂ ਉਹਦੇ ਅਰਥ ਉਹੀ ਨੇ ਅਭਿਦਾ ਦੇ ਵਿੱਚ, ਤੇ ਲੱਛਣਾ ਤੇ ਵਿਅੰਜਨਾ ਦੇ ਵਿੱਚ ਇਹ ਅਰਥਾਂ ਦਾ ਜਿਹੜਾ ਹੈਗਾ ਉਹ ਵਿਕਾਸ ਹੋ ਜਾਂਦਾ, ਉਹ ਬਦਲ ਜਾਂਦੇ ਨੇ। ਸ਼ਬਦ ਦੀਆਂ ਤਿੰਨ ਸ਼ਕਤੀਆਂ ਅਵਧਾ, ਲੱਛਣਾ ਅਤੇ ਵਿਅੰਜਨਾ ਹੁੰਦੀਆਂ ਹਨ। ਉਤਕ੍ਰਿਸ਼ਟ ਸਾਹਿਤ ਵਿੱਚ ਸ਼ਬਦ ਦੀ ਵਿਅੰਜਨਾ ਸ਼ਕਤੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਉਰਦੂ ਫਾਰਸੀ ਵਿੱਚ ਸਾਹਿਤ ਨੂੰ ਅਦਬ ਕਹਿੰਦੇ ਹਨ। ਅਦਬ ਦੇ ਅਰਥ ਸਲੀਕਾ, ਵਧੀਆ, ਸੁੰਦਰ, ਪ੍ਰਗਟਾ ਢੰਗ, ਤੌਰ ਤਰੀਕਾ ਹੁੰਦਾ ਹੈ। ਭਾਵ ਅਜਿਹੀ ਰਚਨਾ ਜਿਸ ਵਿੱਚ ਸੁੰਦਰ ਤੇ ਮਨਮੋਹਕ ਸ਼ਬਦਾਂ ਦਾ ਪ੍ਰਯੋਗ ਅਜਿਹੇ ਸਲੀਕੇ ਤੇ ਸੋਹਜ ਭਰਪੂਰ ਢੰਗ ਨਾਲ ਕੀਤਾ ਜਾਂਦਾ ਹੈ ਕਿ ਮਨੁੱਖੀ ਭਾਵ ਪਾਠਕ ਦੀ ਸੋਹਜ ਤ੍ਰਿਪਤੀ ਨੂੰ ਜਿਹੜਾ ਹੈ ਪੂਰਾ ਕਰ ਸਕਣ, ਉਸ ਦੀ ਰੂਹ ਨੂੰ ਸਕੂਨ ਪ੍ਰਦਾਨ ਕਰ ਸਕਣ। ਅੰਗਰੇਜ਼ੀ ਦੇ ਵਿੱਚ ਇਹਨੂੰ ਲਿਟਰੇਚਰ ਕਹਿੰਦੇ ਨੇ, ਜਿਹੜਾ ਲੈਟਰਸ ਤੋਂ ਬਣਿਆ। ਸਾਹਿਤ ਮਨੁੱਖੀ ਖੁਸ਼ੀ, ਖੇੜੇ ਅਤੇ ਆਨੰਦ ਦਾ ਆਧਾਰ ਬਣਦਾ ਹੈ। ਸਾਹਿਤ ਵਿੱਚ ਇਕਹਿਰੇ ਅਰਥਾਂ ਦੀ ਥਾਵੇਂ ਦੋਹਰੇ ਅਰਥਾਂ ਅਤੇ ਵਕਰੋਕਤੀ ਦੇ ਪ੍ਰਯੋਗ ਦੁਆਰਾ ਚਮਤਕਾਰੀ ਅਰਥਾਂ ਦਾ ਆਵਿਸ਼ਕਾਰ ਕੀਤਾ ਜਾਂਦਾ ਹੈ। ਸਾਹਿਤ ਮਨੁੱਖ ਨੂੰ ਸੇਧ ਤੇ ਸਿੱਖਿਆ ਵੀ ਪ੍ਰਦਾਨ ਕਰਦਾ ਹੈ। ਸਾਹਿਤ ਕੌਮਾਂ ਅਤੇ ਸੱਭਿਅਤਾ ਦੀ ਉਸਾਰੀ ਤੇ ਨਿਰਮਾਣ ਕਰਦਾ ਹੈ। ਕੀ ਕਰਦਾ ਹੈ ਸਾਹਿਤ ਮਨੁੱਖ ਨੂੰ ਸੇਧ ਤੇ ਸਿੱਖਿਆ ਵੀ ਪ੍ਰਦਾਨ ਕਰਦਾ ਹੈ। ਸਾਹਿਤ ਕੌਮਾਂ ਅਤੇ ਸੱਭਿਅਤਾਵਾਂ ਦੀ ਉਸਾਰੀ ਤੇ ਨਿਰਮਾਣ ਕਰਦਾ ਹੈ। ਸਾਹਿਤਕਾਰ ਛੰਦਾਂ ਅਤੇ ਅਲੰਕਾਰਾਂ ਦੇ ਮਾਧਿਅਮ ਦੁਆਰਾ ਸਾਹਿਤ ਨੂੰ ਰਸਭਿੰਨਾ ਬਣਾ ਦਿੰਦਾ ਹੈ। ਸੰਸਕ੍ਰਿਤ ਆਚਾਰੀਆਂ ਨੇ ਕਿਹਾ ਹੈ ਕਿ ਵਾਕਿਅਮ ਰਸਾਤਮਕ ਕਾਵਿਅਮ, ਅਰਥਾਤ ਰਸਮਈ ਵਾਕ ਹੀ ਕਾਵਿ ਜਾਂ ਸਾਹਿਤ ਅਖਵਾਉਂਦਾ ਹੈ। ਕੋਈ ਗੱਲ ਰਸ ਦੇ ਵਿੱਚ ਕਹੀ ਜਾਂਦੀ ਹੈ, ਆਨੰਦ ਦੇ ਵਿੱਚ ਕਹੀ ਜਾਂਦੀ ਹੈ। ਸਾਨੂੰ ਸਾਹਿਤ ਪੜ੍ਹ ਕੇ, ਕਵਿਤਾ ਪੜ੍ਹ ਕੇ, ਗੀਤ ਸੁਣ ਕੇ ਆਨੰਦ ਇੱਕ ਖਾਸ ਖੇੜਾ ਹੁੰਦਾ ਹੈ। ਸਾਹਿਤ ਦਾ ਸੰਬੰਧ ਰੂਹ ਦੇ ਨਾਲ ਹੈ, ਅੰਦਰੂਨੀ ਮਨ ਦੇ ਨਾਲ ਹੈ। ਇਸ ਤਰ੍ਹਾਂ ਰਸਹੀਣ ਜ਼ਿੰਦਗੀ ਨੂੰ ਰਸ ਭਰਪੂਰ ਬਣਾ ਦਿੰਦਾ ਹੈ ਸਾਹਿਤ। ਵੀਰਾਨ ਜ਼ਿੰਦਗੀ ਵਿੱਚ ਫੁੱਲਾਂ ਦੀ ਗੁਲਜ਼ਾਰ ਬਖੇਰ ਦਿੰਦਾ ਹੈ।
ਨਿਆਸਰਿਆਂ ਦਾ ਆਸਰਾ ਬਣਦਾ ਹੈ ਸਾਹਿਤ। ਸਾਹਿਤ ਮਨੁੱਖੀ ਹਿਰਦੇ ਅੰਦਰ ਸੂਰਜਾਂ ਦਾ ਹਮਸਫ਼ਰ ਬਣਨ ਦੀ ਤਮੰਨਾ ਪੈਦਾ ਕਰਦਾ ਹੈ। ਕੀ ਕਰਦਾ ਹੈ? ਨਿਆਸਰਿਆਂ ਦਾ ਆਸਰਾ ਬਣਦਾ ਹੈ ਸਾਹਿਤ। ਸਾਹਿਤ ਮਨੁੱਖੀ ਹਿਰਦੇ ਅੰਦਰ ਸੂਰਜਾਂ ਦਾ ਹਮਸਫ਼ਰ ਬਣਨ ਦੀ ਤਮੰਨਾ ਪੈਦਾ ਕਰਦਾ ਹੈ। ਪੰਜਾਬੀ ਸਾਹਿਤ ਦਾ ਆਰੰਭ ਨਾਥਾਂ ਜੋਗੀਆਂ ਦੀ ਰਚਨਾ ਨਾਲ 8ਵੀਂ 9ਵੀਂ ਸਦੀ ਵਿੱਚ ਹੋਇਆ ਮੰਨਿਆ ਜਾਂਦਾ ਹੈ। 12ਵੀਂ ਸਦੀ ਵਿੱਚ ਹੋਏ ਸ਼ੇਖ ਬਾਬਾ ਫਰੀਦ ਦੀ ਬਾਣੀ ਪੰਜਾਬੀ ਸਾਹਿਤ ਦਾ ਇੱਕ ਸੁਨਹਿਰੀ ਪੰਨਾ ਹੈ। ਇਸ ਦੀਆਂ ਰੇਸ਼ਮਾਂ ਅੱਜ ਵੀ ਤਪਦੇ ਦਿਲਾਂ ਨੂੰ ਠਾਰ ਰਹੀਆਂ ਹਨ। ਮੱਧਕਾਲੀਨ ਸਮਾਜਿਕ ਸਾਂਸਕ੍ਰਿਤਿਕ ਸਾਰ ਦੇ ਮਾਨਵਵਾਦੀ ਸਰੂਪ ਦਾ ਪ੍ਰਤੀਬਿੰਬ ਫਰੀਦ ਬਾਣੀ ਦੀ ਕਲਾਤਮਕ ਉਪਲਬਧੀ ਕਹੀ ਜਾ ਸਕਦੀ ਹੈ। ਕੀ ਕਿਹਾ ਮੈਂ? ਮੱਧਕਾਲੀਨ ਸਮਾਜਿਕ ਸਾਂਸਕ੍ਰਿਤਿਕ ਸਾਰ ਦੇ ਮਾਨਵਵਾਦੀ ਸਰੂਪ ਦਾ ਪ੍ਰਤੀਬਿੰਬ ਫਰੀਦ ਬਾਣੀ ਦੀ ਕਲਾਤਮਕ ਉਪਲਬਧੀ ਕਹੀ ਜਾ ਸਕਦੀ ਹੈ। ਜਿਹੜਾ ਮਾਨਵਵਾਦੀ ਕਰੈਕਟਰ ਹੈ ਸਾਡੇ ਸਾਹਿਤ ਦਾ, ਉਹ ਪੇਸ਼ ਹੋਇਆ ਹੈ ਫਰੀਦ ਬਾਣੀ ਦੇ ਵਿੱਚ। ਸੂਫੀ ਫਕੀਰਾਂ ਨੇ ਆਪਣੀ ਬਾਣੀ ਦੇ ਮਧੁਰ ਰਸ ਅਤੇ ਉੱਚੇ ਵਿਚਾਰਾਂ ਨਾਲ ਮਨੁੱਖੀ ਸਮਾਜ ਨੂੰ ਨਵੀਂ ਦਿਸ਼ਾ ਅਤੇ ਸੇਧ ਪ੍ਰਦਾਨ ਕੀਤੀ। ਉਹਨਾਂ ਨੇ ਆਪਸੀ ਸਨੇਹ, ਹਮਦਰਦੀ, ਇਨਸਾਨੀਅਤ, ਬਰਾਬਰੀ, ਉਦਾਰਤਾ ਅਤੇ ਖਿਮਾਸ਼ੀਲਤਾ ਦੇ ਚਮਤਕਾਰ ਨਾਲ ਲੋਕ ਮਨਾਂ ਵਿੱਚ ਮਾਨਵੀ ਜਜ਼ਬੇ ਅਤੇ ਪਿਆਰ ਦੀ ਪਵਿੱਤਰਤਾ ਵਰਗੇ ਭਾਵ ਭਰੇ। ਫਰੀਦ ਬਾਣੀ ਨੇ ਲੋਕਾਂ ਵਿੱਚ ਸੁਧਾਰ ਅਤੇ ਆਤਮਿਕ ਉન્નਤੀ ਦੀ ਜੋਤ ਨੂੰ ਪ੍ਰਜਵਲਿਤ ਕੀਤਾ, ਜਲਾਇਆ, ਪੈਦਾ ਉਹਨੂੰ ਐਨਲਾਈਟਨ ਕੀਤਾ। ਅਜੋਕੇ ਜੀਵਨ ਵਿੱਚ ਨਿਮਰਤਾ, ਸਾਦਗੀ, ਸਦਾਚਾਰ, ਪਰਉਪਕਾਰ, ਸਬਰ, ਸੰਤੋਖ, ਮਿਠਾਸ ਆਦਿ ਦੇ ਗੁਣ, ਭਾਵ ਅਤੇ ਕੀਮਤਾਂ ਕਾਫੂਰ ਹੁੰਦੀਆਂ ਜਾ ਰਹੀਆਂ ਹਨ। ਸਵੈ ਕੇਂਦਰਿਤ ਹੋ ਕੇ ਜਿਉਣਾ ਅਤੇ ਆਪਣੇ ਖੋਲ ਦੀ ਉਸਾਰੀ ਕਰਨਾ ਇੱਕ ਵਿਸ਼ਵ ਵਿਆਪੀ ਵਰਤਾਰਾ ਬਣਦਾ ਜਾ ਰਿਹਾ ਕਿ ਮਨੁੱਖ ਸਵੈ ਕੇਂਦਰਿਤ ਹੋ ਰਿਹਾ, ਆਪਣੇ ਬਾਰੇ ਸੋਚਦਾ। ਅਜੋਕੇ ਸਮੇਂ ਵਿੱਚ ਇੱਕ ਨੇਕ ਇਨਸਾਨ ਦੀ ਭਾਲ ਬੁਨਿਆਦੀ ਸਵਾਲ ਬਣਦਾ ਜਾ ਰਿਹਾ ਹੈ। ਫਰੀਦ ਬਾਣੀ ਇਹਨਾਂ ਮੂਲ ਮਾਨਵੀ ਗੁਣਾਂ ਉੱਪਰ ਬਲ ਦਿੰਦੀ ਹੋਈ ਮਨੁੱਖ ਨੂੰ ਦਰਵੇਸ਼ੀ ਧਾਰਨ ਕਰਨ ਲਈ ਪ੍ਰੇਰਿਤ ਕਰਦੀ ਹੈ। ਕੀ ਕਰਦੀ ਹੈ? ਕਿ ਫਰੀਦ ਬਾਣੀ ਇਹਨਾਂ ਜਿਹੜੇ ਗੁਣ ਦੱਸੇ ਨੇ, ਇਹਨਾਂ ਨੂੰ ਪੈਦਾ ਕਰਦੀ ਹੈ ਮਨੁੱਖ ਦੇ ਅੰਦਰ। ਮਨੁੱਖ ਜੇ ਸੰਜਮ ਵਿੱਚ ਰਹਿੰਦਾ ਹੋਇਆ ਲਾਲਚ ਨੂੰ ਤਿਆਗ ਦੇਵੇ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਲੱਗ ਜਾਵੇ, ਫਿਰ ਸਮਾਜ ਸਹਿਜ ਸੰਤੁਲਿਤ ਵਿਕਾਸ ਦੇ ਮਾਰਗ ਉੱਪਰ ਤੁਰ ਸਕਦਾ ਹੈ। ਮਨੁੱਖ ਜੇ ਸੰਜਮ ਵਿੱਚ ਰਹਿੰਦਾ ਹੋਇਆ ਲਾਲਚ ਨੂੰ ਤਿਆਗ ਦੇਵੇ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਲੱਗ ਜਾਵੇ, ਫਿਰ ਸਮਾਜ ਸਹਿਜ ਸੰਤੁਲਿਤ ਵਿਕਾਸ ਦੇ ਮਾਰਗ ਉੱਪਰ ਤੁਰ ਸਕਦਾ ਹੈ। ਪਰੰਤੂ ਮਨੁੱਖ ਦੀ ਬੁਨਿਆਦੀ ਵਸਤਾਂ ਉੱਪਰ ਛੱਪਾ ਮਾਰਨ ਦੀ, ਭਾਵ ਕਬਜ਼ਾ ਕਰਨ ਦੀ ਪ੍ਰਵਿਰਤੀ ਆਪਸੀ ਬੈਰ ਵਿਰੋਧ, ਲੜਾਈ ਝਗੜੇ ਅਤੇ ਮਨਾਂ ਵਿੱਚ ਦੂਰੀਆਂ ਦਾ ਕਾਰਨ ਬਣਦੀ। ਫਰੀਦ ਬਾਣੀ ਵਿੱਚ ਯੁੱਧ ਦਾ ਸੰਕਲਪ ਵੱਖਰੇ ਕਿਸਮ ਦਾ ਹੈ। ਇੱਥੇ ਮਨੁੱਖ ਨੂੰ ਮਨ ਦੇ ਵਿਚਾਰਾਂ ਨਾਲ ਯੁੱਧ ਕਰਨਾ ਸਿਖਾਇਆ ਗਿਆ। ਅੰਦਰ ਮਨ ਜੀਤੇ ਜਗਜੀਤ ਜਿਹਨੂੰ ਕਹਿੰਦੇ ਨੇ, ਇਹੀ ਫਰੀਦ ਬਾਣੀ ਦਾ ਪਰਮ ਉਦੇਸ਼ ਹੈ। ਇਹੀ ਉਹਨਾਂ ਅਨੁਸਾਰ ਜ਼ਿੰਦਗੀ ਵਿਚਲੀ ਸਫਲਤਾ ਦਾ ਮਰਮ ਹੈ। ਮਰਮ ਮੈਨੇ ਭੇਦ। ਇਹੀ ਫਰੀਦ ਬਾਣੀ ਦੀ ਅਜੋਕੇ ਸਮਾਜ ਵਿੱਚ ਪ੍ਰਸੰਗਿਕਤਾ ਹੈ। ਉਹਦਾ ਅੱਜ ਵੀ ਉਹਦੀ ਲੋੜ ਹੈ। ਕਹਿਣ ਦਾ ਮਤਲਬ ਫਰੀਦ ਬਾਣੀ ਦੀ ਇਹ ਅੰਤਰ ਭਾਵਨਾ ਹੀ ਉਸ ਨੂੰ ਅਮਰ ਅਤੇ ਮਹਾਨ ਸਾਹਿਤ ਦਾ ਦਰਜਾ ਦਿਵਾਉਂਦੀ ਹੈ। ਫਰੀਦ ਬਾਣੀ ਅੰਦਰੂਨੀ ਤੌਰ ਉੱਪਰ ਇੰਨੇ ਉੱਚੇ ਵਿਚਾਰਾਂ ਵਾਲੀ ਹੈ, ਜਿਸ ਨੂੰ ਪੜ੍ਹ ਕੇ ਇਨਸਾਨ ਵੀ ਆਤਮਿਕ ਅਤੇ ਬੌਧਿਕ ਉੱਚਤਾ ਦੇ ਮਾਰਗ ਨੂੰ ਪ੍ਰਾਪਤ ਕਰਨ ਲਈ ਲਲਾਇਤ ਹੋ ਉੱਠਦਾ ਹੈ। ਭਾਵ ਉਹ ਅੰਦਰ ਉਹਨਾਂ ਦੇ ਇਸ ਤਰ੍ਹਾਂ ਦੀ ਭਾਵਨਾ ਪੈਦਾ ਕਰਦੀ ਹੈ ਫਰੀਦ ਬਾਣੀ। ਇਹ ਉਹਦਾ ਵੱਡਾ ਗੁਣ ਹੈ, ਉਹਦਾ ਸਾਹਿਤ ਦਾ। ਫਰੀਦ ਜੀ ਸ਼ੋਸ਼ਣ ਕਰਤਾਵਾਂ, ਲੁਟੇਰਿਆਂ ਅਤੇ ਧਨ ਕੁਬੇਰਾਂ ਨੂੰ ਧਾਰਮਿਕ ਲਹਿਦੇ ਵਿੱਚ ਚੇਤਾਵਨੀ ਦਿੰਦੇ ਹੋਏ ਕਹਿੰਦੇ ਹਨ। ਉਹਨਾਂ ਦਾ ਲਹਿਜਾ ਬੜਾ ਮਿੱਠਾ ਹੈ, ਬੜਾ ਮਧੁਰ ਭਾਸ਼ਾ ਦੇ ਵਿੱਚ ਹੈ। ਕਿ ਕਹਿੰਦੇ ਨੇ ਕਿ ਫਰੀਦਾ ਰੋਟੀ ਮੇਰੀ ਕਾਟਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਹੁਣ ਇਹਦੇ ਵਿੱਚ ਬਹੁਤ ਸਾਰੇ ਗੁਣਾਂ ਦਾ, ਮਾਨਵੀ ਗੁਣਾਂ ਦਾ, ਸਮਾਜਿਕ ਸੱਭਿਆਚਾਰ ਗੁਣਾਂ ਦਾ ਜਿਹੜਾ ਹੈਗਾ ਉਹ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਆਹ ਗੁਣ ਤੁਸੀਂ ਅਪਣਾ ਲਓ। ਸੰਜਮ ਕਰਨਾ ਉਹ ਕਰੋ, ਕਿਸੇ ਦੇ ਦੂਸਰੀ ਰੀਸ ਕਰਕੇ ਜਿਹੜਾ ਹੈਗਾ ਆਪਣੇ ਲਾਲਚ ਨੂੰ ਪੈਦਾ ਨਾ ਕਰੋ ਆਪਣੇ ਮਨ ਦੇ ਵਿੱਚ। ਇਹ ਗੱਲ ਜਿਹੜੀ ਉਹ ਕਹਿੰਦੇ ਨੇ। ਫਰੀਦ ਬਾਣੀ ਵਿਚਲੇ ਸਦਾਚਾਰਕ ਸੰਦੇਸ਼ ਦੀ ਅਜੋਕੇ ਜੀਵਨ ਵਿੱਚ ਪ੍ਰਸੰਗਿਕਤਾ ਹੋਰ ਵੀ ਵੱਧ ਗਈ ਹੈ। ਅਜੋਕੇ ਮਨੁੱਖ ਦਾ ਜੀਵਨ ਆਤੰਕ ਦਾ ਜੀਵਨ ਬਣਦਾ ਜਾ ਰਿਹਾ ਹੈ। ਸਹਿਣਸ਼ੀਲਤਾ ਸਮਾਪਤ ਹੁੰਦੀ ਜਾ ਰਹੀ ਹੈ। ਬੈਰ ਵਿਰੋਧ ਮਨੁੱਖ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਦਾ ਜਾ ਰਿਹਾ ਹੈ। ਪੱਛਮੀ ਸੱਭਿਅਤਾ ਅਤੇ ਸੰਸਕ੍ਰਿਤੀ ਇਸਲਾਮੀ ਕੱਟੜਵਾਦ ਦੇ ਸਾਹਮਣੇ ਆਣ ਖਲੋਤੀਆਂ ਹਨ। ਆਤੰਕ, ਬੈਰ ਵਿਰੋਧ
ਘਿਰਣਾ, ਨਫ਼ਰਤ, ਜੰਗ, ਹਮਲੇ, ਬੰਬ, ਬੰਦੂਕਾਂ, ਤੋਪਾਂ ਦੀ ਸੰਸਕ੍ਰਿਤੀ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ? ਇਸ ਸਮੱਸਿਆ ਦੇ ਛੁਟਕਾਰੇ ਦਾ ਮੂਲ ਮੰਤਰ ਫਰੀਦ ਬਾਣੀ ਵਿਚਲੇ ਸਦਾਚਾਰਕ ਸੰਦੇਸ਼ ਵਿੱਚ ਛੁਪਿਆ ਹੋਇਆ ਹੈ। ਫਰੀਦ ਬਾਣੀ ਆਤੰਕ ਅਤੇ ਬੰਦੂਕ ਦੀ ਸੰਸਕ੍ਰਿਤੀ ਦੇ ਮੁੱਢੋਂ ਸੁੱਢੋਂ ਵਿਰੋਧ ਵਿੱਚ ਖੜੀ ਨਜ਼ਰ ਆਉਂਦੀ ਹੈ। ਫਰੀਦ ਬਾਣੀ ਇਨਸਾਨੀਅਤ ਦੀ ਸਲਾਮਤੀ ਅਤੇ ਰੱਬੀ ਪ੍ਰਾਪਤੀ ਦਾ ਰਸਤਾ ਖੋਲ੍ਹਦੀ ਹੈ। ਮੈਂ ਇੱਥੇ ਫਰੀਦ ਬਾਣੀ ਦੇ ਉਹਨਾਂ ਵਿਚਾਰਕ ਮਹੱਤਵ ਵਾਲੇ ਨੁਕਤਿਆਂ ਨੂੰ ਉਭਾਰ ਰਿਹਾ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਵੀ ਸਾਡਾ ਮਾਰਗਦਰਸ਼ਨ ਕਰ ਸਕਦੇ ਨੇ, ਸਾਰੀ ਸੰਸਾਰ ਦਾ ਮਾਰਗਦਰਸ਼ਨ ਕਰ ਸਕਦੇ, ਨਾ ਕੇਵਲ ਪੰਜਾਬੀਆਂ ਦਾ ਮਾਰਗਦਰਸ਼ਨ ਕਰ ਸਕਦੇ ਨੇ। ਇਸ ਕਰਕੇ ਮੈਂ ਜਦੋਂ ਇਹ ਨੁਕਤਾ ਸਥਾਪਿਤ ਕਰਦਾ ਹਾਂ ਤਾਂ ਉਸ ਦਾ ਅਰਥ ਇਹ ਹੈ ਕਿ ਜਿਹੜਾ ਪੰਜਾਬੀ ਸਾਹਿਤ ਹੈ ਉਹ ਸ਼ੁਰੂ ਦੇ ਵਿੱਚੋਂ, ਆਰੰਭ ਦੇ ਵਿੱਚੋਂ ਹੀ ਪੂਰੇ ਵਿਸ਼ਵ ਵਿਆਪੀ ਸਮੱਸਿਆਵਾਂ ਨੂੰ ਦੇ ਸਮਾਧਾਨ ਲਈ ਇੱਕ ਕਾਰਗਰ ਹਥਿਆਰ ਵਜੋਂ, ਇੱਕ ਮਾਰਗਦਰਸ਼ਕ ਵਜੋਂ ਸਾਡੇ ਸਾਹਮਣੇ ਆਉਂਦਾ ਹੈ। ਫਰੀਦ ਬਾਣੀ ਇਨਸਾਨੀਅਤ ਦੀ ਸਲਾਮਤੀ ਅਤੇ ਰੱਬੀ ਪ੍ਰਾਪਤੀ ਦਾ ਰਸਤਾ ਖੋਲ੍ਹਦੀ ਹੈ। ਫਰੀਦ ਬਾਣੀ ਮਨੁੱਖ ਵਿਰੋਧੀ ਕੀਮਤਾਂ ਦੇ ਵਿਰੋਧ ਵਿੱਚ ਖੜੀ ਨਜ਼ਰ ਆਉਂਦੀ ਹੈ। ਔਰ ਉਹ ਫਰੀਦ ਜੀ ਲਿਖਦੇ ਨੇ ਕਿ ਫਰੀਦਾ ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਕਹੀ ਠਾਏ, ਮਾਣਕ ਸਭ ਮੋਲਵੇ। ਕੀ ਲਿਖਦੇ ਫਰੀਦ ਜੀ? ਫਰੀਦਾ ਇੱਕ ਫਿੱਕਾ ਨਾ ਗਲਾਏ, ਭਾਵ ਕਿਸੇ ਦੇ ਨਾਲ ਫਿੱਕਾ ਨਾ ਬੋਲ, ਮਾੜਾ ਨਾ ਬੋਲ, ਕੌੜਾ ਨਾ ਬੋਲ, ਭਾਵ ਲੜਾਈ ਦਾ ਭਾਵ ਨਾ ਰੱਖ। ਸਭਨਾ ਮੈਂ ਸੱਚਾ ਧਣੀ, ਕੀ ਹੈ ਸਭਨਾ ਮੈਂ ਸੱਚਾ ਧਣੀ? ਕੌਣ ਹੈ ਸੱਚਾ ਧਣੀ? ਪਰਮਾਤਮਾ, ਵਾਹਿਗੁਰੂ, ਅੱਲਾ ਜਿਹੜਾ ਹੈ ਇਹ ਬੰਦੇ ਦੇ ਅੰਦਰ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਿਹਨੂੰ ਗੁਰਬਾਣੀ ਕਹਿੰਦੀ ਹੈ। ਫਰੀਦ ਜੀ ਇਸ ਢੰਗ ਨਾਲ ਕਹਿੰਦੇ ਨੇ, ਫਰੀਦਾ ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਕਹੀ ਠਾਏ। ਹਿਆਉ ਮੈਨੇ ਹਿਰਦਾ, ਕਿਸੇ ਦਾ ਹਿਰਦਾ ਨਹੀਂ ਢਾਉਣਾ ਚਾਹੀਦਾ। ਢਾਉਣਾ ਮੈਨੇ ਢਾਉਣਾ ਨਹੀਂ, ਉਹਦਾ ਮਨ ਨਾ ਦਿਖਾਓ, ਉਹਦੇ ਮਨ ਨੂੰ ਕਸ਼ਟ ਨਾ। ਮਨ ਅਸੀਂ ਤਾਜ਼ੀ ਦਿਖਾਉਂਦੇ ਹਾਂ ਜਦੋਂ ਅਸੀਂ ਸ਼ੋਸ਼ਣ ਕਰਦੇ ਹਾਂ, ਜਦੋਂ ਜ਼ੁਲਮ ਕਰਦੇ ਹਾਂ, ਫਿਰ ਬੰਦੇ ਦਾ ਮਨ ਦੁਖਦਾ ਹੈ। ਮਾਣਕ ਸਭ ਅਮੋਲ ਵੇ, ਸਾਰੇ ਮਨੁੱਖ ਅਨਮੋਲ ਮੋਤੀਆਂ ਦੀ ਤਰ੍ਹਾਂ, ਭਾਵ ਸਾਰੀ ਇਨਸਾਨੀਅਤ, ਸਾਰੀ ਵਿਸ਼ਵ ਸਮੁਦਾਇ, ਜਿਹਨੂੰ ਆਪਾਂ ਕਹਿੰਦੇ, ਆਪਾਂ ਜੇ ਹਿੰਦੀ 'ਚ ਮੈਂ ਸ਼ਬਦ ਇੱਕ ਪ੍ਰਯੋਗ ਕਰਾਂ, ਉਹਨੂੰ ਆਪਾਂ ਕਹਿੰਦੇ ਵਿਸ਼ਵ ਸਮੁਦਾਇ। ਵਿਸ਼ਵ ਸਮੁਦਾਇ ਨੂੰ ਪਰਮਾਤਮਾ ਦਾ ਇੱਕ ਰੂਪ, ਕਿ ਹਰ ਇੱਕ ਦੇ ਵਿੱਚ ਪਰਮਾਤਮਾ ਵਸਦਾ, ਤੇ ਫਿਰ ਇਸ ਦਾ ਮਤਲਬ ਕੋਈ ਦੂਸਰਾ ਹੈ ਹੀ ਨਹੀਂ, ਸਾਰੇ ਇੱਕੋ ਹੀ ਆ, ਆਪਾਂ ਇੱਕੋ ਪਰਮਾਤਮਾ ਦੀ ਸੰਤਾਨ ਹੈ। ਜੇ ਆਪਾਂ ਇਹ ਗੱਲ ਮੰਨ ਲਈਏ ਫਰੀਦ ਜੀ ਦੀ, ਗੁਰੂ ਨਾਨਕ ਸਾਹਿਬ ਦੀ, ਤਾਂ ਫਿਰ ਆਪਾਂ ਨੂੰ ਭਾਈ ਦੁਨੀਆ ਦੇ ਵਿੱਚ ਝਗੜੇ ਨਾ ਹੋਣ। ਇਸ ਕਰਕੇ ਮੈਨੂੰ ਅੱਜ ਦੇ ਦੌਰ ਦੇ ਵਿੱਚ ਜ਼ਿਆਦਾ ਪ੍ਰਸੰਗਿਕ ਲੱਗਦੀ ਹੈ ਫਰੀਦ ਬਾਣੀ ਵੀ, ਨਾਨਕ ਬਾਣੀ ਵੀ। ਇਸ ਕਰਕੇ ਨਾਨਕ ਬਾਣੀ ਦਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਅਧਿਐਨ ਕਰਾਂਗੇ, ਉਹਦੀ ਵੀ ਚਰਚਾ ਕਰਾਂਗੇ ਕਿ ਉਹ ਕਿਵੇਂ ਸਾਡੇ ਲਈ ਜਿਹੜਾ ਹੈਗਾ ਕਾਰਗਰ ਆ, ਅੱਜ ਦੇ ਜ਼ਮਾਨੇ ਦੇ ਵਿੱਚ ਕਿਵੇਂ ਉਹ ਮੁੱਲਵਾਨ ਹੈ। ਤਾਂ ਇਹ ਜਿਹੜੀ ਗੱਲ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇਹ ਪੰਜਾਬੀ ਸਾਹਿਤ ਦੀ ਅਤੇ ਸਮਾਜ ਦੀ ਕਿਸ ਤਰ੍ਹਾਂ ਉਹ ਰਚਿਆ ਮਿਚਿਆ ਹੈ। ਇੱਕ ਕੀਮਤਾਂ ਜਿਹੜੀਆਂ ਨੇ ਉਹ ਅੰਤਰ ਆਧਾਰਿਤ ਨੇ, ਇੱਕ ਦੂਸਰੇ ਦੇ ਨਾਲ ਮਿਲੀਆਂ। ਦੂਸਰੇ ਦੇ ਅਕੀਦੇ, ਧਰਮ, ਆਸਥਾ ਦਾ ਸਤਿਕਾਰ ਅਜੋਕੇ ਸਮੇਂ ਵਿੱਚ ਖਾਰਜ ਹੋ ਰਿਹਾ ਵਰਤਾਰਾ ਹੈ, ਭਾਵ ਸਾਨੂੰ ਦੂਜਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਉਹ ਕਿਸ ਤਰ੍ਹਾਂ ਦਾ ਜੀਵਨ ਜਿਉਂਦਾ, ਕਿਸ ਜੀਵਨ ਸ਼ੈਲੀ ਨੂੰ ਅਪਣਾਉਂਦਾ, ਉਹਦੀ ਸਾਨੂੰ ਸਤਿਕਾਰ ਕਰਨਾ ਚਾਹੀਦਾ। ਕਿਉਂਕਿ ਜੇ ਆਪਾਂ ਇਹ ਮੰਨ ਕੇ ਤੁਰ ਪਏ ਕਿ ਹਰ ਇੱਕ ਇਨਸਾਨ ਦੇ ਵਿੱਚ ਪਰਮਾਤਮਾ ਹੈ, ਤਾਂ ਉਹ ਵੀ ਤਾਂ ਪਰਮਾਤਮਾ ਨੂੰ ਆਪਣੇ ਢੰਗ ਦੇ ਨਾਲ ਯਾਦ ਕਰ ਰਿਹਾ, ਉਹਨੂੰ ਕਰਨ ਦਿਓ, ਯਾਦ ਕਰ ਰਿਹਾ ਨਾ, ਉਹਨੂੰ ਕਰਨ ਦਿਓ। ਇਹ ਜਿਹੜੀ ਗੱਲ ਹੈਗੀ ਆ, ਇਹ ਆਪਾਂ ਨੂੰ ਸਿੱਖਿਆ ਮਿਲਦੀ ਹੈ ਫਰੀਦ ਬਾਣੀ ਤੋਂ। ਦੂਸਰੇ ਦੀ ਹੋਂਦ ਨੂੰ ਤਸਲੀਮ ਕਰ ਲੈਣਾ, ਤਸਲੀਮ ਕਰਨਾ ਮੈਨੇ ਮੰਨਣਾ, ਤਸਲੀਮ ਕਰ ਲੈਣ ਨਾਲ ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਹਨ। ਫਰੀਦ ਬਾਣੀ ਇਨਸਾਨੀ ਸਮਾਜ ਵਿੱਚ ਮੋਹ, ਮੁਹੱਬਤ, ਮਿਠਾਸ ਅਤੇ ਪਿਆਰ ਦੇ ਦੀਵੇ ਜਗਾਉਂਦੀ ਹੈ। ਕਿੰਨੀ ਖੂਬਸੂਰਤ ਗੱਲ ਹੈ। ਕੀ ਕਹਿੰਦੇ ਆ? ਫਰੀਦ ਬਾਣੀ ਇਨਸਾਨੀ ਸਮਾਜ ਵਿੱਚ ਮੋਹ, ਮੁਹੱਬਤ, ਮਿਠਾਸ ਅਤੇ ਪਿਆਰ ਦੇ ਦੀਵੇ ਜਗਾਉਂਦੀ ਹੈ। ਅਸਲ ਵਿੱਚ ਜਿਹੜਾ ਪਿਆਰ ਹੈ, ਜਿਹੜਾ ਮਿਠਾਸ ਹੈ, ਇੱਕ ਦੂਸਰੇ ਨਾਲ ਮਿੱਠੀ ਬਾਣੀ ਹੈ, ਔਰ ਵਿਵਹਾਰ ਹੈ, ਮਿੱਠਾ ਵਿਵਹਾਰ ਹੈ। ਇਕੱਲੀ ਮਿੱਠੀ ਬਾਣੀ ਨਹੀਂ ਹੁੰਦੀ, ਵਿਵਹਾਰ ਵੀ ਹੁੰਦਾ, ਮਿੱਠੀ ਸੋਚ ਵੀ ਹੁੰਦੀ ਹੈ, ਮਿੱਠਾ ਕਿਰਦਾਰ ਵੀ ਹੁੰਦਾ, ਮਿੱਠੀ ਨਜ਼ਰ ਵੀ ਹੁੰਦੀ ਹੈ। ਤਾਂ ਇਹ ਜਿਹੜੀ ਚੀਜ਼ ਹੈਗੀ ਹੈ, ਇਹ ਸਾਨੂੰ ਬਾਬਾ ਫਰੀਦ ਜੀ ਸਾਡੇ ਮਨ ਦੇ ਵਿੱਚ, ਸਾਡੇ ਮਨਾਂ ਦੇ ਵਿੱਚ ਬੀਜਾਰੋਪਣ ਕਰਦੇ ਨੇ, ਬੀਜ ਬੀਜਦੇ ਨੇ, ਤੇ ਇਹ ਬਹੁਤ ਜ਼ਰੂਰੀ ਹੈ। ਇਹੀ ਬੀਜ ਜਿਹੜੇ ਹੈਗੇ ਨੇ ਆਪਾਂ ਨੂੰ ਦੁਨੀਆ ਦੇ ਵਿੱਚ ਬੀਜਣੇ ਚਾਹੀਦੇ ਨੇ। ਫਰੀਦ ਜੀ ਦੀ ਇਹ ਗੱਲ ਜਿਹੜੀ ਸਾਨੂੰ ਇਹ ਸਿੱਖਿਆ ਦਿੰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਵਿੱਚ ਆਗਮਨ ਨਾਲ ਇੱਕ ਨਵੇਂ ਯੁੱਗ ਦਾ ਆਰੰਭ ਹੁੰਦਾ ਹੈ। ਗੁਰੂ ਜੀ ਇੱਕ ਕਰਤਾਰੀ ਸ਼ਕਤੀ ਅਤੇ ਇਸ ਸੰਸਾਰ ਦੇ ਮਹਾਂਦ੍ਰਸ਼ਟਾ ਦੇ ਰੂਪ ਵਿੱਚ ਪ੍ਰਗਟ ਹੋਏ, ਜਿਨ੍ਹਾਂ ਨੇ ਮਨੁੱਖੀ ਜ਼ਿੰਦਗੀ ਅਤੇ ਪੂਰੇ ਵਿਸ਼ਵ ਨੂੰ ਜ਼ਿੰਦਗੀ ਅਤੇ ਬ੍ਰਹਿਮੰਡ ਦੇ ਗਹਿਰੇ ਅਰਥਾਂ ਨਾਲ ਪ੍ਰੀਚਿਤ ਕਰਵਾਇਆ। ਗੁਰੂ ਨਾਨਕ ਦੇਵ ਜੀ ਦੀ ਮਹਿਮਾ ਅਪਰੰਪਾਰ ਹੈ, ਉਹ ਆਪਾਂ ਉਹ ਵੀ ਗੱਲ ਕਰਾਂਗੇ।
ਉਹਨਾਂ ਦਾ ਹਰ ਵਾਕ ਅਤੇ ਕਰਮ ਨਵ ਚੇਤਨਾ, ਨਵ ਊਸ਼ਮਾ ਨਾਲ ਲਬਰੇਜ ਸੀ। ਆਪ ਜੀ ਦਾ ਜੀਵਨ ਪਰਮ ਆਦਰਸ਼ਾਂ, ਉਦੇਸ਼ਾਂ ਅਤੇ ਉਪਦੇਸ਼ਾਂ ਦਾ ਸੁਨਿਯੋਜਿਤ ਕਰਮ ਫਲ ਸੀ। ਕਵੀ ਇਕਬਾਲ ਦੇ ਸ਼ਬਦ ਆਪ ਦੀ ਆਮਦ ਨੂੰ ਦੀ ਸਥਿਤੀ ਨੂੰ ਸਹੀ ਬਿਆਨ ਕਰਦੇ ਹਨ। ਕਿੱਦਾਂ ਕਹਿੰਦੇ ਆ? फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। मर्द कामिल जो कंप्लीट मैन ਉਹੀ ਹੁੰਦਾ ਜਿਹਦੇ ਚ ਰੱਬੀ ਗੁਣ ਹੋਣ, ਜਿਹੜਾ ਨੀਅਰ ਅਬਾਊਟ ਗੋਡ ਹੋਵੇ, ਜਿਹੜਾ ਆਲਮੋਸਟ ਗੋਡ ਹੋਵੇ, ਜਿਹੜਾ ਪਰਮਾਤਮਾ ਹੋਵੇ, ਸੰਪੂਰਨ, ਕੰਪਲੀਟ, ਇਲਾਹੀ। ਇਸੇ ਕਰਕੇ ਆਪਾਂ ਉਹਨਾਂ ਦੀ ਬਾਣੀ ਨੂੰ ਇਲਾਹੀ ਬਾਣੀ ਵੀ ਕਹਿੰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮਤਿ ਕਾਵਿ ਧਾਰਾ ਦੀ ਨੀਂਹ ਰੱਖੀ। ਇਸ ਧਾਰਾ ਦਾ ਵਿਚਾਰਧਾਰਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਸ ਵਿੱਚ 7 ਗੁਰੂ ਸਾਹਿਬਾਨ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਔਰ ਇਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਿਤ ਕੀਤਾ ਸੀ। ਇਸ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸੂਬਿਆਂ, ਜਾਤੀਆਂ ਅਤੇ ਧਰਮਾਂ ਦੇ 30 ਭਗਤਾਂ ਅਤੇ ਸੰਤਾਂ ਦੀ ਬਾਣੀ ਵੀ ਇਸ ਵਿੱਚ ਸ਼ਾਮਲ ਕੀਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਦਰਸ਼ਨ, ਸਾਹਿਤ, ਸਦਾਚਾਰ ਅਤੇ ਧਰਮ ਸ਼ਾਸਤਰ ਦਾ ਜਿੱਥੇ ਡੂੰਘਾ ਮੁਤਾਲਿਆ ਭਾਵ ਅਧਿਐਨ ਕੀਤਾ, ਉੱਥੇ ਦੂਸਰੇ ਮਤਾਂਤਰਾਂ ਨਾਲ ਸੰਵਾਦ ਸਥਾਪਿਤ ਕੀਤਾ। ਆਪ ਦੀ ਦ੍ਰਿਸ਼ਟੀ ਬੜੀ ਵਿਸ਼ਾਲ ਅਤੇ ਸੋਚ ਬੜੀ ਖੁੱਲ੍ਹੀ ਸੀ। ਇਸੇ ਕਰਕੇ ਉਹ ਦੁਨੀਆ ਦੇ ਸਾਰੇ ਧਰਮਾਂ ਅਤੇ ਦਰਸ਼ਨਾਂ ਵਿਚਲੀ ਕਿਸੇ ਵੀ ਚੰਗੀ, ਉੱਚੀ ਅਤੇ ਸ੍ਰੇਸ਼ਟ ਕੀਮਤ ਨੂੰ ਸਵੀਕਾਰ ਕਰਨ ਤੋਂ ਗੁਰੇਜ਼ ਨਹੀਂ ਸਨ ਕਰਦੇ। ਇਸ ਦੇ ਨਾਲ ਉਹਨਾਂ ਸਮਾਜ ਦੀਆਂ ਗਲਤ ਕਦਰਾਂ ਕੀਮਤਾਂ, ਸੋਚ ਅਤੇ ਦ੍ਰਿਸ਼ਟੀਕੋਣ ਦੀ ਬਿਨਾਂ ਕਿਸੇ ਡਰ ਭੈ ਦੇ ਨਾ ਕੇਵਲ ਆਲੋਚਨਾ ਕੀਤੀ, ਬਲਕਿ ਇਹਨਾਂ ਕੀਮਤਾਂ ਨੂੰ ਰੱਦ ਕਰਕੇ ਇਹਨਾਂ ਦੀ ਥਾਵੇਂ ਨਵੀਆਂ ਮਾਨਵ ਹਿਤਕਾਰੀ ਅਤੇ ਸਮਾਜ ਅਤੇ ਸਾਰਥਕ ਕੀਮਤਾਂ ਦੀ ਸਥਾਪਨਾ ਕੀਤੀ। ਹੁਣ ਜਿਹੜੀ ਗੱਲ ਹੈ, ਆਪਾਂ ਇੱਥੇ ਗੱਲ ਤੁਹਾਡੇ ਨਾਲ ਕੀਤੀ ਹੈ ਕਿ ਬਿਨਾਂ ਡਰ ਭੈ ਦੇ, ਡਰ ਭੈ ਦੋਸਤੋ ਇਹ ਹੈ ਕਿ ਉਸ ਵੇਲੇ ਬਾਬਰ ਜਿਹੜਾ ਹੈਗਾ ਉਸ ਦਾ ਹਮਲਾ ਹੋਇਆ ਸੀ। ਮੁਗਲ ਉਸ ਤਰ੍ਹਾਂ ਉਸ ਵੇਲੇ ਹਮਲਾ ਕਰਦੇ ਸਨ ਭਾਰਤ 'ਤੇ, ਔਰ ਇਹ ਹਮਲਾ ਜਿਹੜਾ ਬਾਬਰ ਨੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਕੀਤਾ। ਜਦੋਂ ਸੈਦਪੁਰ ਦੇ ਵਿੱਚ ਆਏ, ਉਹਨਾਂ ਨੇ ਇੱਥੇ ਕਤਲੋਗਾਰਤ ਦੇਖੀ, ਮਨੁੱਖਤਾ ਦਾ ਜਿਹੜਾ ਹੈ ਘਾਣ ਦੇਖਿਆ, ਤਾਂ ਉਹਨਾਂ ਦੀ ਰੂਹ ਕੁਰਲਾ ਉੱਠੀ। ਇਸੇ ਕਰਕੇ ਉਹਨਾਂ ਨੇ ਫਿਰ ਬਾਬਰ ਬਾਣੀ ਦੀ ਰਚਨਾ ਕੀਤੀ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਬੇਲਾਲੋ। ਤੋਂ ਬਾਬਰ ਨੂੰ ਜਿਹੜਾ ਕੋਸਿਆ ਗੁਰੂ ਨਾਨਕ ਦੇਵ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਨੇ ਇੱਕ ਨਵੇਂ ਅਰਥਾਂ ਦਾ ਸੰਚਾਰ ਵੀ ਕੀਤਾ ਸਾਡੇ ਜੀਵਨ ਦੇ ਵਿੱਚ। ਉਹ ਅਰਥਾਂ ਦਾ ਸੰਚਾਰ ਇਹ ਜਿਹੜਾ ਇਹ ਕੀਤਾ ਕਿ ਉਹਨਾਂ ਤੋਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜੇ ਸੀਗੇ ਧਾਰਮਿਕ ਆਗੂ, ਉਹ ਰਹਿਬਰ, ਉਹ ਹੀ ਕਹਿੰਦੇ ਸਨ ਕਿ ਜਿਹੜਾ ਧਰਮ ਹੈ ਉਹ ਮਾਇਆ, ਲੋਕ ਪਰਲੋਕ, ਮੁਕਤੀ ਦੇ ਨਾਲ ਤਾਲੁਕ ਰੱਖਣ ਵਾਲਾ ਧਰਮ ਹੁੰਦਾ ਹੈ, ਔਰ ਰਹਿਬਰ ਹੁੰਦੇ ਨੇ ਉਹਨਾਂ ਦਾ ਸਮਾਜਿਕ ਮਾਮਲਿਆਂ ਨਾਲ ਕੋਈ ਜ਼ਿਆਦਾ ਤਾਲੁਕ ਨਹੀਂ ਹੁੰਦਾ। ਲੇਕਿਨ ਗੁਰੂ ਨਾਨਕ ਦੇਵ ਜੀ ਸਮਾਜਿਕ ਲੋਕਾਂ ਦੇ ਨਾਲ, ਧਰਤੀ ਦੇ ਨਾਲ ਜੁੜੇ ਹੋਏ ਰਹਿਬਰ ਸਨ। ਉਹਨਾਂ ਨੇ ਲੋਕਾਂ ਦੇ ਉੱਤੇ ਹੁੰਦੇ ਦਰਦ ਨੂੰ ਦੇਖਿਆ ਤਾਂ ਉਹਨਾਂ ਦੀ ਰੂਹ ਕੁਰਲਾ ਉੱਠੀ ਅਤੇ ਉਹਨਾਂ ਨੇ ਬਾਬਰ ਬਾਣੀ ਲਿਖੀ। ਔਰ ਨਾ ਕੇਵਲ ਉਹਨਾਂ ਨੇ ਉਸੇ ਸਮੇਂ ਜਿਹੜਾ ਹੈਗਾ ਜ਼ੁਲਮ ਸਿਤਮ ਦੇ ਖਿਲਾਫ ਬੋਲੇ ਉਹ, ਬਲਕਿ ਉਹ ਉਸ ਸਮੇਂ ਵੀ ਬੋਲੇ ਜਦੋਂ ਉਹਨਾਂ ਨੇ ਦੇਖਿਆ ਕਿ ਸਾਡੀ ਜਿਹੜੀ ਇਸਤਰੀ ਜਾਤੀ ਹੈ ਉਸ ਦੇ ਉੱਤੇ ਕਿਤਨਾ ਕਤਲੋ ਗਾਰਤ ਹੁੰਦਾ ਹੈ, ਕਿਤਨੀ ਉਹਨਾਂ 'ਤੇ ਜ਼ੁਲਮ ਹੁੰਦਾ, ਬਾਲ ਵਿਆਹ ਹੁੰਦਾ, ਔਰ ਉਹਨਾਂ ਨੂੰ ਕਿਵੇਂ ਦੁਜੈਲਾ ਸਮਝਿਆ ਜਾਂਦਾ, ਜੰਮਦੀਆਂ ਕੁੜੀਆਂ ਨੂੰ, ਧੀਆਂ ਨੂੰ ਮਾਰਿਆ ਜਾਂਦਾ। ਤਾਂ ਉਸ ਵੇਲੇ ਵੀ ਉਹਨਾਂ ਨੇ ਇਸਤਰੀ ਬਾਰੇ ਆਵਾਜ਼ ਉਠਾਈ, ਉਸ ਦੇ ਹੱਕ ਦੇ ਵਿੱਚ ਆਵਾਜ਼ ਉਠਾਈ। ਉਹਨਾਂ ਨੇ ਕਿਹਾ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਭੰਡ ਜੰਮੀਏ ਭੰਡ ਨਿਮੀਏ, ਭੰਡ ਮੰਗਣ ਵਿਆਹ, ਭੰਡ ਹੋਵੇ ਦੋਸਤੀ, ਭੰਡ ਚੱਲੇ ਰਾਹ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤਾਂ ਗੁਰੂ ਨਾਨਕ ਦੇਵ ਜੀ ਇੱਕ ਅਜਿਹੇ ਮਹਾਂਪੁਰਸ਼ ਹੋਏ, ਔਰ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉਹ ਪੰਜਾਬੀ ਦੇ ਵਿੱਚ ਹੈ, ਜਦ ਕਿ ਉਸ ਸਮੇਂ ਪੰਜਾਬੀ ਜਿਹੜੀ ਹੈਗੀ ਆ ਉਹ ਰਾਜ ਭਾਸ਼ਾ ਨਹੀਂ ਸੀ, ਉਸ ਵੇਲੇ ਫਾਰਸੀ ਸੀ, ਲੋਕ ਫਾਰਸੀ ਬੋਲਦੇ ਸਨ। ਲੇਕਿਨ ਗੁਰੂ ਨਾਨਕ ਦੇਵ ਜੀ ਕਿਉਂਕਿ ਲੋਕ ਧਰਮ ਦੀ ਸਥਾਪਨਾ ਕਰ ਰਹੇ ਸਨ, ਔਰ ਇਸ ਕਰਕੇ ਉਹਨਾਂ ਨੇ ਲੋਕ ਭਾਸ਼ਾ ਦਾ ਜਿਹੜਾ ਹੈਗਾ ਉਹ ਪ੍ਰਯੋਗ ਕੀਤਾ ਉਹਨਾਂ ਨੇ, ਔਰ ਇਹ ਇੱਕ ਬਹੁਤ ਵੱਡੀ ਇਤਿਹਾਸਕ ਮਹੱਤਵ ਦੀ ਅਤੇ ਦੇਣ ਜਿਹੜੀ ਹੈਗੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਨਵਾਜਿਆ, ਔਰ ਲੋਕਾਂ ਦੇ
ਜਿਹੜੇ ਅਰਮਾਨ ਨੇ, ਲੋਕਾਂ ਦੀਆਂ ਸਧਰਾਂ ਨੇ, ਲੋਕਾਂ ਦੇ ਸੁਪਨੇ ਨੇ, ਇੱਕ ਅਜਿਹਾ ਧਰਮ ਜਿਹੜਾ ਹੈਗਾ ਉਹ ਉਹਨਾਂ ਨੇ ਸਥਾਪਿਤ ਕਰ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਜਿਹਦੇ ਨਾਲ ਜਿਹੜਾ ਹੈਗਾ ਉਹ ਵਕਫਾ ਖਤਮ ਹੋ ਗਿਆ। ਵਕਫਾ ਜਿਹੜਾ ਹੈਗਾ ਉਹ ਖਤਮ ਹੋ ਗਿਆ। ਪਰਮਾਤਮਾ ਤੇ ਇਨਸਾਨ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਇਹ ਕਿਹਾ ਕਿ ਜੇ ਮਨੁੱਖ ਪਰਮਾਤਮਾ ਦੇ ਜਿਹੜੇ ਰੱਬੀ ਗੁਣ ਨੇ ਜਿਹੜੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰ ਲਏਗਾ ਤਾਂ ਫਿਰ ਉਸ ਨੂੰ ਉਹ ਜੀਵਨ ਜਿਹੜਾ ਹੈਗਾ ਉਹ ਪਰਮਾਤਮਾ ਦਾ ਰੂਪ ਹੋ ਜਾਏਗਾ ਉਹਦਾ। ਇਸ ਕਰਕੇ ਉਹਨਾਂ ਨੇ ਗੁਰਮੁਖ ਜੀਵਨ ਮਾਰਗ ਦਾ ਜਿਹੜਾ ਸਾਨੂੰ ਰਸਤਾ ਸੁਝਾਇਆ ਉਹ ਬਹੁਤ ਹੀ ਕਾਰਗਰ, ਬਹੁਤ ਹੀ ਮੁੱਲਵਾਨ, ਬਹੁਤ ਹੀ ਅਰਥਵਾਨ ਹੈ। ਇਸ ਕਰਕੇ ਜਿਹੜਾ ਪੰਜਾਬੀ ਸਾਹਿਤ ਹੈ ਉਹ ਸਾਡੇ ਲਈ ਬਹੁਤ ਹੀ ਸ਼ੁਰੂ ਦੇ ਵਿੱਚ ਹੀ, ਚਾਹੇ ਉਹ ਬਾਬਾ ਫਰੀਦ ਦੀ ਬਾਣੀ ਹੈ ਸਾਡੇ, ਚਾਹੇ ਸਾਡਾ ਲੋਕ ਸਾਹਿਤ ਹੈ ਸਾਡੇ, ਚਾਹੇ ਗੁਰਮਤਿ ਸਾਹਿਤ ਹੈ, ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤਾ ਗੁਰਮਤਿ ਸਾਹਿਤ ਹੈ, ਉਹ ਸਾਨੂੰ ਇੱਕ ਇਸ ਤਰ੍ਹਾਂ ਦੀ ਸੋਝ ਅਤੇ ਸੋਝੀ ਪ੍ਰਦਾਨ ਕਰਨ ਲੱਗ ਗਿਆ ਜਿਸ ਦੇ ਨਾਲ ਅਸੀਂ ਇਨਸਾਨੀਅਤ ਦੇ ਰਸਤੇ ਤੁਰ ਸਕੀਏ। ਇਸੇ ਕਰਕੇ ਜਿਹੜਾ ਇੱਕ ਪੰਜਾਬੀ ਇਨਸਾਨ ਦਾ ਜਿਹੜਾ ਉਹਦੀ ਸ਼ਖਸੀਅਤ ਦਾ ਜਿਹੜਾ ਨਿਰਮਾਣ ਹੋਇਆ ਉਹ ਪੂਰੇ ਦੁਨੀਆ ਦੇ ਵਿੱਚ ਅਲੱਗਾ ਖੜਿਆ ਹੋਇਆ ਦਿਖਾਈ ਦਿੰਦਾ ਹੈ। ਸਾਰੇ ਤੁਸੀਂ ਜਾਣਦੇ ਹੋ ਦੋਸਤੋ ਕਿ ਕੋਈ 204 ਜ਼ਿਆਦਾ ਇਹਦੇ ਨੇੜੇ ਤੇੜੇ ਦੇਸ਼ ਨੇ, ਤੇ ਜੇ ਉੱਥੇ ਜਾ ਕੇ ਅੱਜ ਅਸੀਂ ਜਿਹੜੀ ਇਹ ਜਿਹੜਾ ਬਾਣੀ ਤੋਂ, ਸਾਡੇ ਸਾਹਿਤ ਤੋਂ ਜਿਹੜਾ ਨਿਰਮਿਤ ਹੋਇਆ ਪੰਜਾਬੀ ਇਨਸਾਨ ਹੈ ਉਹਦੀ ਜਿਹੜੀ ਸ਼ੋਭਾ ਹੈ, ਉਹਦੀ ਜਿਹੜੀ ਸ਼ਾਨ ਹੈ ਉਹ ਸਾਰੇ ਦੇਸ਼ਾਂ ਦੇ ਵਿੱਚ ਦੇਖਣ ਨੂੰ ਸਾਨੂੰ ਪੂਰੀ ਦੁਨੀਆ ਦੇ ਵਿੱਚ ਮਿਲਦੀ ਹੈ। ਉਹਦਾ ਸਿਹਰਾ ਕਿਹਦੇ ਸਿਰ ਜਾਂਦਾ? ਉਹਦਾ ਸਿਹਰਾ ਸਾਡੇ ਪੁਰਖਿਆਂ ਦੇ ਸਿਰ ਜਾਂਦਾ, ਸਾਡੇ ਗੁਰੂ ਸਾਹਿਬਾਨ ਦੇ ਸਿਰ ਜਾਂਦਾ, ਸਾਡੇ ਬਾਬਾ ਫਰੀਦ ਜੀ ਦੇ ਸਿਰ ਜਾਂਦਾ। ਤੋ ਇਹੀ ਕੀਮਤਾਂ ਹੌਲੀ ਹੌਲੀ ਸਾਡੇ ਸੱਭਿਆਚਾਰ ਦਾ ਮਾਣ ਅਤੇ ਸਨਮਾਨ ਬਣ ਕੇ ਸਾਡੇ ਸਮਾਜ ਦੇ ਮੁਕਟ ਉੱਪਰ ਹੀਰਿਆਂ ਵਾਂਗ ਚਮਕਣ ਲੱਗੀਆਂ ਨੇ। ਸੋ ਦੋਸਤੋ, ਵਿਦਿਆਰਥੀਓ, ਮੈਂ ਜਿਹੜੀਆਂ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਹ ਇਸੇ ਕਰਕੇ ਸਾਂਝੀਆਂ ਕੀਤੀਆਂ ਨੇ ਕਿ ਇਹ ਇੱਕ ਕੁੰਜੀ ਹੈ। ਇਹ ਕੁੰਜੀ ਜੇ ਆਪਾਂ ਕੁੰਜੀ ਸਾਡੇ ਕੋਲੇ ਹੋਏਗੀ ਤਾਂ ਤਾਲਾ ਆਸਾਨੀ ਨਾਲ ਖੁੱਲ੍ਹ ਜਾਏਗਾ। ਔਰ ਤਾਲਾ ਜਿਹੜਾ ਹੈਗਾ ਇੱਕ ਅਜਿਹੇ ਭੰਡਾਰ ਦਾ ਤਾਲਾ ਹੈ ਜਿਹਦੇ ਵਿੱਚ ਅੱਗੇ ਫਿਰ ਰੌਸ਼ਨੀ ਹੀ ਰੌਸ਼ਨੀ। ਜਦੋਂ ਸਾਡਾ ਉਹਦੇ ਨਾਲ ਸੰਪਰਕ ਹੋ ਜਾਏਗਾ ਪੰਜਾਬੀ ਸਾਹਿਤ ਨਾਲ, ਅਸੀਂ ਸਮਝਣ ਲੱਗਾਂਗੇ, ਪੰਜਾਬੀ ਸਾਹਿਤ ਨੂੰ ਪੜ੍ਹਾਂਗੇ, ਸਾਨੂੰ ਇਹ ਲੱਗੇਗਾ ਕਿ ਇਹ ਰੌਸ਼ਨੀ ਜਿਹੜੀ ਹੈਗੀ ਆ ਸਾਨੂੰ ਪੂਰੇ ਸਾਡੇ ਮਨ ਨੂੰ, ਸਾਡੇ ਮਨ ਮਸਤਕ ਨੂੰ, ਸਾਡੇ ਆਲੇ ਦੁਆਲੇ ਨੂੰ, ਸਾਡੇ ਸਾਰੇ ਚੁਗਿਰਦੇ ਨੂੰ ਰੌਸ਼ਨ ਕਰ ਦਿੰਦੀ ਹੈ। ਸਾਡੇ ਕੋਈ ਭਰਮ ਭੁਲੇਖਾ ਨਹੀਂ ਰਹਿੰਦਾ। ਇਸ ਕਰਕੇ ਇਸ ਦਾ ਜਿਹੜਾ ਮੁੱਲ ਹੈ, ਇਹ ਤੁਸੀਂ ਜਦੋਂ ਪੰਜਾਬੀ ਬਹੁਤ ਮਿੱਠੀ ਭਾਸ਼ਾ ਹੈ, ਪੰਜਾਬੀ ਸਾਹਿਤ ਬੜਾ ਉੱਚ ਪਾਏ ਦਾ ਹੈ, ਮੁੱਲਵਾਨ ਹੈ। ਇਸ ਕਰਕੇ ਮੈਂ ਜਿਹੜੀ ਹੈਗੀ ਸਾਰੇ ਆਪਣੇ ਵਿਦਿਆਰਥੀਆਂ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਇਹਦੇ ਨਾਲ ਤੁਸੀਂ ਸਾਂਝ ਪਾਓ। ਗੁਰੂ ਸਾਹਿਬਾਨ ਨੇ ਸਾਨੂੰ ਸ਼ਬਦ ਦੇ ਨਾਲ ਸਾਂਝ ਪਾਉਣ ਦੀ ਜਿਹੜਾ ਹੈਗਾ ਉਹ ਸਿੱਖਿਆ ਦਿੱਤੀ ਹੈ। ਅਸੀਂ ਜਦੋਂ ਬਾਅਦ ਦੇ ਵਿੱਚ ਜਦੋਂ ਸੁਤੰਤਰਤਾ ਸੰਗਰਾਮ ਦੀ ਗੱਲ ਕਰਦੇ ਹਾਂ, ਉੱਥੇ ਤੱਕ ਪਹੁੰਚਾਂਗੇ ਜਦੋਂ ਅਸੀਂ ਦੇਖਦੇ ਹਾਂ ਕਿ ਭਗਤ ਸਿੰਘ ਵੀ ਜਦੋਂ ਸੁਤੰਤਰਤਾ ਸੰਗਰਾਮ ਦੀ ਲੜਾਈ ਲੜ ਰਹੇ ਸੀ ਤਾਂ ਉਹਨਾਂ ਦੇ ਕੋਲੇ ਵੀ ਪੁਸਤਕ ਹੁੰਦੀ ਸੀ। ਤੇ ਜਦੋਂ ਤੁਸੀਂ ਦੇਖਦੇ ਹੋ ਕਿ ਜਿਹੜੇ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਉਹ ਕਿੰਨੀਆਂ ਭਾਸ਼ਾਵਾਂ ਦੇ ਗਿਆਤਾ ਸਨ। ਸੋ ਇਸ ਕਰਕੇ ਵਿਦਿਆਰਥੀਓ, ਭਾਸ਼ਾ ਇੱਕ ਅਜਿਹੀ ਬਹੁਤ ਵੱਡੀ ਮੁੱਲਵਾਨ ਵਸਤੂ ਹੈ ਜਿਸ ਦੇ ਨਾਲ ਸਾਨੂੰ ਸਾਂਝ ਪਾਉਣੀ ਚਾਹੀਦੀ ਹੈ ਔਰ ਸਾਨੂੰ ਮਾਣ ਕਰਨਾ ਚਾਹੀਦਾ ਹੈ ਕਿ ਸਾਡੀ ਜਿਹੜੀ ਮਾਂ ਬੋਲੀ ਹੈ ਪੰਜਾਬੀ ਹੈ, ਉਸ ਦਾ ਜਿਹੜਾ ਹੈਗਾ ਰੁਤਬਾ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਬੁਲੰਦ ਹੋ ਰਿਹਾ ਹੈ ਔਰ ਉਸ ਦਾ ਸਾਹਿਤ ਜਿਹੜਾ ਹੈ ਕਿੰਨਾ ਮਿਠਾਸ ਭਰਪੂਰ ਤੇ ਕਿੰਨਾ ਮਾਣ ਮੱਤਾ ਹੈ। ਸਾਨੂੰ ਉਸ ਦੇ ਨਾਲ ਸਾਂਝ ਪਾਉਣੀ ਚਾਹੀਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਜਿਹੜੇ ਲੈਕਚਰ ਤੁਹਾਡੇ ਨਾਲ ਸਾਂਝੇ ਕਰਾਂਗੇ ਔਰ ਉਹਨਾਂ ਦੇ ਵਿੱਚ ਵੀ ਆਪਾਂ ਹੋਰ ਜਿਹੜੀਆਂ ਸਮਾਜ ਅਤੇ ਸਾਹਿਤ ਦਾ ਜਿਹੜਾ ਸੰਬੰਧ ਹੈ, ਅੰਤਰ ਸੰਬੰਧ ਹੈ, ਕਿਉਂਕਿ ਕੋਈ ਵੀ ਚੀਜ਼ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਬਿਨਾਂ ਨਿਰਪੇਖ ਨਹੀਂ ਹੈ, ਅੰਤਰ ਆਧਾਰਿਤ ਹੈ। ਜੇ ਮੈਂ ਗੱਲ ਕਰ ਰਿਹਾ, ਜੇ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਦੇ ਸਮਰੱਥ ਹੋਇਆ ਤਾਂ ਮੇਰੇ ਪਿੱਛੇ ਉਹ ਜਿਹੜਾ ਸਾਹਿਤ ਮੈਂ ਪੜ੍ਹਿਆ ਹੈ, ਜਿਹੜੇ ਸਾਡੇ ਸਾਰੇ ਸਾਹਿਤਕਾਰਾਂ ਦਾ ਨੇ ਲਿਖਿਆ ਹੈ, ਉਸ ਨੂੰ ਮੈਂ ਜੇ ਆਤਮਸਾਤ ਕੀਤਾ ਹੈ, ਪੜ੍ਹਿਆ ਹੈ, ਤਾਂ ਤੁਹਾਡੇ ਨਾਲ ਮੈਂ ਗੱਲ ਕਰਨ ਦੇ ਸਮਰੱਥ ਹੋਇਆ। ਇਹਦਾ ਮਤਲਬ ਉਹ ਸਾਹਿਤਕਾਰ ਵੀ ਮੇਰੇ ਨਾਲ ਚੱਲ ਰਹੇ ਨੇ, ਮੇਰੀ ਸੋਚ ਦੇ ਨਾਲ ਚੱਲ ਰਹੇ ਨੇ। ਅਤੇ ਜੇ ਮੈਂ ਤੁਹਾਨੂੰ ਹੁਣ ਤੁਹਾਨੂੰ ਸੰਬੋਧਨ ਕਰ ਰਿਹਾ ਤਾਂ ਮੇਰੇ ਸਾਹਮਣੇ ਵਿਦਿਆਰਥੀ ਨੇ ਅਤੇ ਮੈਂ ਇਸ ਕਰਕੇ ਤੁਸੀਂ ਵੀ ਉਸ ਸ਼ਾਮਲ ਹੋ ਗਏ। ਇਸ ਕਰਕੇ ਇਹਦੇ ਵਿੱਚ ਸ਼ਬਦ ਸ਼ਾਮਲ ਹੋ ਗਏ, ਇਹਦੇ ਵਿੱਚ ਸਾਡੇ ਪੁਰਖੇ ਸ਼ਾਮਲ ਹੋ ਗਏ, ਸਾਡੇ ਗੁਰੂ ਸਾਹਿਬਾਨ ਸ਼ਾਮਲ ਹੋ ਗਏ, ਇਹਦੇ ਵਿੱਚ ਮੈਂ ਸ਼ਾਮਲ ਹੋ ਗਿਆ, ਇਹ ਸਾਰਾ ਵਿਦਿਅਕ ਮਹਿਕਮਾ ਸ਼ਾਮਲ ਹੋ ਗਿਆ। ਇਸ ਕਰਕੇ ਸਾਰੀ ਚੀਜ਼ ਜਿਹੜੀ ਹੈਗੀ ਆ ਉਹ ਅੰਤਰ ਆਧਾਰਿਤ ਅਤੇ ਅੰਤਰ ਸੰਬੰਧਿਤ ਹੈ। ਇਸ ਕਰਕੇ ਮੈਂ ਇਹ ਜਿਹੜੀਆਂ ਚੀਜ਼ਾਂ ਨੇ, ਜਿਵੇਂ ਹੁਣ ਆਪਾਂ ਸੱਭਿਅਤਾ ਅਤੇ ਜਿਹੜਾ ਹੈਗਾ ਉਹ ਸੱਭਿਆਚਾਰ ਦੀ ਗੱਲ ਕਰਾਂਗੇ ਹੈ, ਅਤੇ ਇਵੇਂ ਜੋ ਕਰੀਏ ਆਪਾਂ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਾਂਗੇ ਕਿ ਸਮਾਜਿਕ ਕਦਰਾਂ ਕੀਮਤਾਂ ਹੁੰਦੀਆਂ ਕੀ ਨੇ।
ਔਰ ਸਮਾਜਿਕ ਕਦਰਾਂ ਕੀਮਤਾਂ ਕਿਵੇਂ, ਉਹਨਾਂ ਦਾ ਨਿਰਮਾਣ ਕਿਵੇਂ ਹੁੰਦਾ ਹੈ, ਉਹਨਾਂ ਦਾ ਉਹ ਸਾਡੇ ਜੀਵਨ ਦੇ ਵਿੱਚ ਉਹਨਾਂ ਦਾ ਮਹੱਤਵ ਕੀ ਹੁੰਦਾ ਹੈ, ਔਰ ਉਹ ਕਿਸੇ ਸਮਾਜ ਨੂੰ ਫਿਰ ਕਿਸ ਦਿਸ਼ਾ ਦੇ ਵਿੱਚ ਲੈ ਜਾਣ ਦੀ ਸਮਰੱਥਾ ਰੱਖਦੀਆਂ ਨੇ। ਅੱਜ ਅਸੀਂ ਜਿਹੜਾ ਹੈਗਾ ਇਸ ਕਰੋਨਾ ਕਾਲ ਦੇ ਵਿੱਚ ਅਸੀਂ ਜਦੋਂ ਇਹ ਸਾਡੇ ਲਈ ਇੱਕ ਬਹੁਤ ਵੱਡੀ ਦੁਨਿਆਵੀ ਵਿਸ਼ਵ ਪੱਧਰੀ ਜਿਹੜੀ ਇੱਕ ਸਮੱਸਿਆ ਸਾਡੇ ਸਾਹਮਣੇ ਆਈ ਹੈ, ਉਸ ਨੂੰ ਕਿਵੇਂ ਹੱਲ ਕੀਤਾ ਜਾਂਦਾ ਹੈ। ਕੀ ਸਾਡਾ ਪੰਜਾਬੀ ਸਾਹਿਤ ਦੇ ਵਿੱਚ ਉਹ ਵਿਚਾਰਕ ਨੁਕਤੇ ਹੈਗੇ, ਔਰ ਕੀ ਉਹ ਵਿਚਾਰਕ ਆਧਾਰ ਹੈਗਾ ਜਿਹੜਾ ਉਸ ਪਾਸੇ ਸਾਨੂੰ ਚੱਲਣ ਵਾਸਤੇ, ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਵਿਚਾਰਕ ਆਧਾਰ ਹੈ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਕਿਰਤੀ ਦੇ ਨਾਲ ਪਿਆਰ ਸਾਡੇ ਨਾਲ ਸਾਂਝਾ ਕੀਤਾ ਹੈ। ਉਹ ਕਿ ਬਲਿਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਏ ਲਖਿਆ, ਉਹ ਵੀ ਆਪਾਂ ਕਿਸੇ ਨਾਲ ਦਿਨ ਤੁਹਾਡੇ ਨਾਲ ਸਾਂਝੇ ਕਰਾਂਗੇ। ਅੱਜ ਇੰਨਾ ਹੀ, ਬਹੁਤ ਬਹੁਤ ਸ਼ੁਕਰੀਆ। ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਇਆ।